दया करो किस मेहरो पावो, डुबदे पत्थर तारे। सतनाम श्री वाहिगुरु साहिब जीओ। सूरठ महला पंजवा। जाकै सिमरन सब कछ पाइया, बिरथी काल न जाई। तिस प्रभ त्याग अवर कतरा चहा, जो सब मह रहा समाई। जाकै सिमरन सब कछ पाइया, बिरथी काल न जाई। तिस प्रभ त्याग अवर कतरा चहा, जो सब मह रहा समाई। हर हर सिमरहो संत गोपाला, साध संग मिल नाम ध्यावहो। पूरन होवै काला रहाओ, सार समालै नित प्रतिपालै। प्रेम सहत गल लावै, कहो नानक प्रभ तुमरे बिसरत। जगत जीवन कैसे पावै, सार समालै नित प्रतिपालै। प्रेम सहत गल लावै, कहो नानक प्रभ तुमरे बिसरत। जगत जीवन कैसे पावै। वाहेगुरु जी का खालसा, वाहेगुरु जी की फतेह। खुशियां दे जकारे जावे, सोनेहाल हो जावे। सत श्री अकाल, गुरबार अकाल। देग तेग फतेह। गुरुपत खालसे जी दिना दिन, चढ़ती कला रखड़ी सचे पातशाह जी महाराज। गुरु रूप प्यारी साध संगत जीओ, सज जाओ। प्रेम नाल गुरु साहिब जी दी लड़ीवार कथा सरवण करो जी। सत नाम करता पुरख निरहो अकाल मूरत
ਭੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਹਰ ਬਰਨ ਜਾਤ ਹਰ ਪਾਤ ਨਹਨ ਜਿਹ ਰੂਪ ਰੰਗ ਹਰ ਰੇਖ ਪੇਖ ਕੋ ਕਹਿਨਾ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਹਮੇ ਤੋਜ ਕਹਿਜੈ ਕੋਟ ਹਿੰਦਰ ਹਿੰਦਰਾਨ ਸਾਹੇ ਸਾਹਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਐ ਸਰਬ ਨਾਮ ਕਥਾ ਕਵਨ ਕਰਮ ਨਾਮ ਬਰਨਤ ਸੁਮਤ ਹਰ ਜਸ ਰੇ ਮਨਾ ਗਾਏ ਲੇ ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੀ ਲਾਹੋ ਤੰਡਾ ਸਿਮਰਨ ਹਬ ਕਿਛ ਲੱਦਮ ਬਿਖਮ ਨ ਡਿਠਮ ਕੋਈ ਜਿਸ ਪਤ ਰਖੈ ਸੱਚਾ ਸਾਹਿਬ ਨਾਨਕ ਮੇਟ ਨਾ ਸਕੈ ਕੋਈ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ
ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਹਮੇ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਤੋਵੈ ਸਕਹੁ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਧ तब बैर विरोध किस संग कमात जब इसका वरण चिन्ह न जापत तब हरख सोग कहो किसा है व्यापत जब आपन आप पार ब्रह्म तब मोह कहा किस होवत परम आपन खेल आप वर्ती जा नानक करनहार न दूजा आपन खेल आप वर्ती जा नानक करनहार न दूजा वाहिगुरु जी का खालसा वाहिगुरु जी की फतेह। सच्चे पातशाह किरपा दे सागर दुर्मत खुट्टी बुद्धि दे विनाशक शब्दावतार जागदी जोत धन साहिब श्री गुरु ग्रंथ साहिब जी महाराज हजूर दी परम दया सदका
ਸਤਸੰਗਤ ਦੀਆਂ ਸੁਭਾਗ ਘੜੀਆਂ, ਮਨੁੱਖਾ ਜਨਮ ਦਾ ਅਮੋਲਕ ਸਮਾਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਮਹਾਨ ਪਵਿੱਤਰ ਤਖਤ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ, ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਪਵਿੱਤਰ ਤਖਤ ਦੀ ਚਰਨ ਧੂੜ ਨੂੰ ਪਰਸਣ ਦਾ ਇਹ ਮਨੁੱਖਾ ਜਨਮ ਵਿੱਚ ਅਮੋਲਕ ਸਮਾਂ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੋਇਆ ਹੈ। ਬੜਭਾਗੀ ਹੋ ਆਪ ਆਪਣੇ ਚਿੱਤ ਨੂੰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੋੜਨ ਵਾਸਤੇ ਸਤ ਸੰਗਤ ਵਿੱਚ ਉਤਸ਼ਾਹ ਨਾਲ ਚੱਲ ਕਰਕੇ ਪਹੁੰਚਦੇ ਹੋ। ਬੜੇ ਚੰਗੇ ਪੁੰਨ ਕਰਮ ਕੀਤੇ ਹੋਣ ਤਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਪ੍ਰਾਪਤ ਹੁੰਦੀ ਹੈ। ਵੱਡਿਆਂ ਭਾਗਾਂ ਨਾਲ ਹੀ ਮਨੁੱਖਾ ਜਨਮ ਮਿਲਦਾ ਹੈ। ਮਨੁੱਖਾ ਜਨਮ 'ਚ ਜੇ ਮਹਾਰਾਜ ਆਪਣੀ ਸਿੱਖੀ ਦੇ ਦੇਣ, ਪੂਰੇ ਗੁਰੂ ਜੀ ਸਤਸੰਗਤ ਦੇ ਦੇਣ, ਤਾਂ ਫਿਰ ਇਸ ਜਨਮ ਦੇ ਸਫਲ ਹੋਣ ਦਾ ਮੌਕਾ ਮਿਲ ਜਾਂਦਾ ਹੈ। ਦੁੱਖਾਂ ਤੋਂ, ਬੰਧਨਾਂ ਤੋਂ ਛੁੱਟ ਕੇ ਵਾਹਿਗੁਰੂ ਵਿੱਚ ਅਭੇਦ ਹੋਣ ਨੂੰ ਵਾਰੀ ਮਿਲਦੀ ਹੈ। ਜਿਨ੍ਹਾਂ ਨੂੰ ਸਤਿਗੁਰੂ ਜੀ ਫਿਰ ਸਾਧਨਾ ਦਾ ਹੰਕਾਰ ਛੁਡਾ ਦਿੰਦੇ ਆ। ਮੈਂ ਸਤਸੰਗਤ ਕਰਦਾ ਹਾਂ, ਮੈਂ ਗਿਆਨ ਸਮਝਦਾ ਹਾਂ, ਜਿਹਦੀ ਇਹ ਵੀ ਹੰਗਤਾ ਛੁੱਟ ਜਾਂਦੀ ਹੈ, ਫਿਰ ਉਹਨੂੰ ਮਹਾਰਾਜ ਆਪਣੇ ਆਪ ਵਿੱਚ ਮਿਲਾ ਲੈਂਦੇ ਹੈ। ਜੋ ਕੁਝ ਗਿਆਨ ਕਾਲ ਵੇਲੇ ਪ੍ਰਤੀਤ ਹੁੰਦਾ ਹੈ, ਉਹਨੂੰ ਮਨੁੱਖ ਅਗਿਆਨ ਕਾਲ ਵੇਲੇ ਮਹਿਸੂਸ ਨਹੀਂ ਕਰ ਸਕਦਾ। ਜਿਸ ਤਰ੍ਹਾਂ ਹਨੇਰੇ ਵਿੱਚ ਕੁਝ ਵੀ ਆਲਾ ਦੁਆਲਾ ਪ੍ਰਤੀਤ ਨਹੀਂ ਹੁੰਦਾ ਨਾ, ਇਸੇ ਤਰ੍ਹਾਂ ਅਗਿਆਨ ਕਾਲ ਵਿੱਚ ਜੀਵ ਨੂੰ ਕੁਝ ਨਹੀਂ ਸੁਝਦਾ, ਦੇਹ 'ਚ ਹੀ ਮਨ ਅਟਕਿਆ ਰਹਿੰਦਾ ਹੈ। ਪਰ ਜਦੋਂ ਸ਼ਬਦ ਦਾ ਪ੍ਰਕਾਸ਼ ਹੁੰਦਾ ਹੈ, ਗੁਰੂ ਸਾਹਿਬ ਦੀ ਕਿਰਪਾ ਵਰਤਦੀ ਹੈ। ਇਹ ਬੜੀ ਅਸਚਰਜ ਖੇਡ ਹੈ, ਬੜੀ ਅਸਚਰਜ ਕਲਾ ਹੈ। ਜਿਹਦੇ ਅੰਦਰ ਵਰਤਦੀ ਹੈ ਉਹੋ ਹੀ ਜਾਣਦਾ ਹੈ। ਜਿਸ ਤਨ ਲਾਗੈ ਸੋਈ ਜਾਣੈ। ਮਹਾਰਾਜ ਕਹਿੰਦੇ ਜਿਸ ਦੇ ਤਨ ਸਰੀਰ ਵਿੱਚ ਬਿਰਹੋ ਦੀ ਕਸਕ ਲੱਗਦੀ ਹੈ, ਉਹ ਜਾਣਦਾ ਹੈ ਕਿ ਇਸ ਪ੍ਰੀਤ ਵਿੱਚ ਕਿੰਨਾ ਆਨੰਦ ਹੈ। ਤੇ ਪ੍ਰੀਤ ਨਾਲ ਹੀ ਗਿਆਨ ਦੇ ਚਕਸ਼ੂ ਖੁੱਲ ਜਾਂਦੇ, ਜੋਗੀ ਸਾਧਨਾ ਨਾਲ ਖੋਲਦੇ ਹੈ। ਬੜਾ ਔਖਾ ਮਾਰਗ ਹੈ, ਫਿਰ ਵੀ ਰਿਧੀਆਂ ਸਿੱਧੀਆਂ 'ਚ ਮਨ ਭਰਮ ਜਾਂਦਾ ਹੈ। ਕਈ ਪ੍ਰਕਾਰ ਦੇ ਨਜ਼ਾਰੇ ਵੇਖਦੇ ਹੈ, ਪਰ ਪ੍ਰੀਤ ਵਾਲਿਆਂ ਨੂੰ ਸੁਤੇ ਸਿੱਧ ਹੀ ਇਹ ਦਾਤ ਪ੍ਰਾਪਤ ਹੋ ਜਾਂਦੀ। ਸੱਚੇ ਪਾਤਸ਼ਾਹ ਜੀ ਉਹਨਾਂ ਦੇ ਅੰਦਰਲੇ ਗਿਆਨ ਦੇ ਨੇਤਰ ਬਖਸ਼ਿਸ਼ ਕਰ ਦਿੰਦੇ ਹੈ। ਸਾਧ ਸੰਗਤ ਜੀ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦਾ ਅਵਤਾਰ ਗੁਰਪੁਰਬ, ਸ਼ਤਾਬਦੀ ਗੁਰਪੁਰਬ 400 ਸਾਲਾ ਬਹੁਤ ਉਤਸ਼ਾਹ ਨਾਲ ਪੰਥ ਦੇ ਅੰਦਰ ਮਨਾਇਆ ਜਾ ਰਿਹਾ ਹੈ। ਤਕਰੀਬਨ ਅੰਗਰੇਜ਼ੀ ਤਰੀਕਾਂ ਵਿੱਚ ਅਗਲੇ ਮਹੀਨੇ 1 ਮਈ ਨੂੰ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਸੱਚੇ ਪਾਤਸ਼ਾਹ ਜੀ ਦਾ ਮਹਾਨ ਪਵਿੱਤਰ ਪੁਰਬ ਜਾਣ ਕਰਕੇ ਬਹੁਤ ਵਿਸ਼ੇਸ਼ ਦੀਵਾਨ ਸਜਦੇ ਹੈ, ਵਿਸ਼ੇਸ਼ ਹੀ ਗੁਰਮੁਖ ਪਿਆਰੇ ਕਥਾ ਵੀ ਕਰਦੇ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਮਹਾਨ ਪਵਿੱਤਰ ਅਸਥਾਨ। ਰਾਗੀ ਸਿੰਘ ਬਹੁਤ ਪਿਆਰ ਨਾਲ ਸਤਿਗੁਰੂ ਜੀ ਦੀ ਬੈਰਾਗਮਈ ਬਾਣੀ ਦਾ ਕੀਰਤਨ ਕਰਦੇ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ
ਐਡੀ ਅਦੁੱਤੀ ਸ਼ਕਤੀ ਰੱਖਦੀ ਹੈ, ਕਠੋਰ ਤੋਂ ਕਠੋਰ ਮਨ ਨੂੰ ਵੀ ਪਿਘਲਾ ਦੇਣ ਵਾਲੀ ਹੈ। ਇਸ ਸੰਸਾਰ ਦਾ ਅਸਲੀ ਸਰੂਪ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਹਜੂਰ ਦੀ ਬਾਣੀ ਦਿਖਾਉਂਦੀ ਹੈ। ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਨ, ਇਨ ਮੈਂ ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਸਤਿਗੁਰੂ ਜੀ ਸਾਨੂੰ ਸਾਡੀ ਉਮਰਾਂ ਬਾਰੇ ਕਹਿੰਦੇ ਐ, ਬੀਤ ਜਾ ਹੈ, ਬੀਤ ਜਾ ਹੈ, ਜਨਮ ਆਕਾਜ ਰੇ। ਸੱਚੇ ਪਾਤਸ਼ਾਹ ਕਹਿੰਦੇ ਨਿਸ ਦਿਨ ਸੁਣ ਕੇ ਪੁਰਾਨ, ਸਮਝਤ ਨਹਿ ਕਿਉਂ ਅਜਾਨ, ਕਾਲ ਤੋਂ ਪਹੁੰਚਿਓ ਆਨ, ਕਹਾਂ ਜਾ ਹੈ ਭਾਜ ਰੇ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਇਹ ਤਾਂ ਮਹਾਰਾਜ ਜੀ ਨੂੰ ਤੁਸੀਂ ਸੋਝੀ ਦੇ ਦਿੰਦੇ ਹੋ, ਉਹਨੂੰ ਪਤਾ ਲੱਗ ਜਾਂਦਾ ਹੈ ਕਿ ਕਾਲ ਤਾਂ ਸਿਰ ਤੇ ਖੜਾ ਹੈ। ਹਜੂਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਵੀ ਮੌਲਵੀ ਨੇ ਕਿਹਾ ਸੀ ਨਾ ਕਿ ਤੁਹਾਡੀ ਹੱਸਣ ਖੇਡਣ ਦੀ ਉਮਰ ਵੈ ਬਚਪਨ ਦੇ ਵਿੱਚ, ਤੇ ਤੁਸੀਂ ਹੁਣ ਹੀ ਇਹੋ ਜਿਹੀਆਂ ਗੱਲਾਂ ਕਿਉਂ ਕਰਦੇ ਹੋ। ਮਹਾਰਾਜ ਜੀ ਕਹਿੰਦੇ ਆ, ਮਮ ਸਰ ਮੂਏ ਇਜ਼ਰਾਇਲ ਗ੍ਰਿਫਤ ਹੈ, ਦਿਲ ਹੇਚ ਨਾ ਦਾਨੀ। ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਸਮਝਾਉਣ ਲਈ ਦੱਸਿਆ ਮਹਾਰਾਜ ਜੀ ਨੇ। ਹਜੂਰ ਕਹਿੰਦੇ ਸਾਨੂੰ ਤਾਂ ਇਉਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਮੌਤ ਦਾ ਫਰਿਸ਼ਤਾ ਸਿਰ ਤੇ ਖੜਾ ਹੈ। ਮੌਲਵੀ ਨੂੰ ਕਿਹਾ ਨਾ, ਇਸ ਕਰਕੇ ਇਹ ਸ਼ਬਦ ਵਰਤੇ ਹੈ, ਮਮ ਸਰ ਮੂਏ ਇਜ਼ਰਾਇਲ ਗ੍ਰਿਫਤ ਹੈ। ਇਹ ਮੌਤ ਦਾ ਫਰਿਸ਼ਤਾ ਇਸਲਾਮ ਵਿੱਚ ਮੰਨਿਆ ਜਾਂਦਾ। ਮਹਾਰਾਜ ਕਹਿੰਦੇ ਸਾਨੂੰ ਤਾਂ ਇਉਂ ਮਹਿਸੂਸ ਹੁੰਦਾ ਜਿਵੇਂ ਉਹਨੇ ਸਿਰ ਦੇ ਕੇਸ ਪਕੜੇ ਹੋਣ। ਜੀਵ ਨੂੰ ਸਮਝਾਉਂਦਿਆਂ ਹੋਇਆਂ ਕਿਹਾ, ਦਿਲ ਹੇਚ ਨਾ ਦਾਨੀ। ਤੂੰ ਆਪਣੇ ਦਿਲ ਦੇ ਅੰਦਰ ਥੋੜਾ ਜਿੰਨਾ ਵੀ ਇਸ ਗੱਲ ਨੂੰ ਨਹੀਂ ਜਾਣਿਆ, ਕੀ ਇੰਨਾ ਤੂੰ ਸਮਝੀ ਬੈਠਾ ਹੈ ਕਿ ਸੰਸਾਰ ਸੱਤਵ ਹੈ। ਪਰ ਵੇਖ ਲੈ, ਤੇਰੀ ਦੇਹ ਛੁੱਟਣ ਤੋਂ ਬਾਅਦ 2-4 ਦਿਨ ਤੇਰੇ ਰਿਸ਼ਤੇਦਾਰਾਂ ਵੀ ਰੋਣਾ ਹੈ, ਮੁੜ ਤੈਨੂੰ ਭੁੱਲ ਜਾਣਾ ਸਭ ਨੇ। ਤੂੰ ਸੋਚਦਾ ਕਿ ਸ਼ਾਇਦ ਤੇਰੇ ਤੋਂ ਬਿਨਾਂ ਸੰਸਾਰ ਹੀ ਖੜ ਜਾਣਾ। ਨਹੀਂ, ਇਹ ਸਭ ਕੁਝ ਚੱਲਦਾ ਰਿਹਾ ਏ, ਚੱਲਦਾ ਰਹੇਗਾ। ਤੇਰੇ ਮਨ ਦਾ ਭਰਮ ਹੈ, ਤੇਰੇ ਮਨ ਦਾ ਭੁਲੇਖਾ ਏ। ਹਜੂਰ ਦੀ ਬਾਣੀ ਸਿੱਧੀ ਚੋਟ ਮਾਰਦੀ ਹੈ ਫਿਰ ਸਾਡੇ ਮਨ ਦੇ ਉੱਤੇ। ਮਹਾਰਾਜ ਕਹਿੰਦੇ ਜਿਸ ਜੀਵਨ ਨੂੰ ਲੰਬਾ ਸਮਝ ਰਿਹਾ ਨਾ, ਬੀਤ ਜਾ ਹੈ, ਬੀਤ ਜਾ ਹੈ, ਬਤੀਤ ਹੋ ਜਾਵੇਗਾ, ਬਤੀਤ ਹੋ ਜਾਵੇਗਾ। ਕਿੰਨਾ ਕੰਮਾਂ 'ਚ ਲੱਗਾ ਹੈ, ਜਨਮ ਆਕਾਜ ਰੇ। ਨਹੀਂ ਸਤ ਸੰਗਤ ਕਰਦਾ, ਨਹੀਂ ਭਜਨ ਕਰਦਾ। ਸਤਿਗੁਰੂ ਜੀ ਕਹਿੰਦੇ ਨੇ ਆਕਾਜ ਹੀ ਤੇਰਾ ਜੀਵਨ ਤੇਰੇ ਹੱਥੋਂ ਜਿਵੇਂ ਰੇਤ ਮੁੱਠੀ ਵਿੱਚੋਂ ਖਿਸਕ ਜਾਂਦੀ ਹੈ ਨਾ, ਇਵੇਂ ਤੇਰੀ ਉਮਰਾ ਖਿਸਕ ਜਾਣੀ ਹੈ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿੰਨਾ ਬਰਾਗਮਈ ਉਪਦੇਸ਼ ਦਿੰਦੇ ਨੇ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ, ਫੂਟੈ ਘਟ ਜਿਉ ਪਾਨੀ। ਹਰ ਗੁਣ ਕਾਹੇ ਨਾ ਗਾਵਈ, ਮੂਰਖ ਅਗਿਆਨਾ, ਝੂਠੈ ਲਾਲਚ ਲਾਗ ਕੈ, ਨਹਿ ਮਰਨ ਪਛਾਨਾ। ਮਹਾਰਾਜ ਕਹਿੰਦੇ ਝੂਠੇ ਲਾਲਚਾਂ ਵਿੱਚ ਲੱਗ ਕਰਕੇ ਤੈਂ ਮਰਨ ਨੂੰ ਪਛਾਣਿਆ ਹੀ ਨਹੀਂ। ਮਰਨ ਦੀ ਕਿਸੇ ਲਾਗੇ ਗੱਲ ਕਰਦੇ ਹੋ, ਕਹਿੰਦੇ ਸ਼ੁਭ ਸ਼ੁਭ ਬੋਲ। ਮਰਨ ਤੋਂ ਡਰ ਕਿਉਂ ਲੱਗਦਾ ਹੈ? ਜਿਉਣ ਦਾ ਮੋਹ ਹੀ ਸਾਧ ਸੰਗਤ ਜੀ ਮੌਤ ਦਾ ਭੈ ਪੈਦਾ ਕਰਦਾ ਹੈ। ਜਿਉਣ ਦਾ ਮੋਹ ਨਾ ਹੋਵੇ ਤਾਂ ਡਰ ਮੁੱਕ ਜਾਏਗਾ। ਮਰਨਾ ਕੌਣ ਲੋੜਦਾ ਹੈ? ਮਰਨਾ ਕੋਈ ਨਹੀਂ ਚਾਹੁੰਦਾ, ਪਰ ਇਹ ਅਟੱਲ ਸਚਾਈ ਹੈ। ਇਹ ਤਾਂ ਸਤਿਗੁਰੂ ਜੀ ਜਿਹਨੂੰ ਗਿਆਨ ਦੇਣ, ਕਹਿਣਾ ਬੜਾ ਸੌਖਾ ਹੈ, ਸੁਣਨਾ ਵੀ ਸੌਖਾ ਹੈ, ਪਰ ਸਾਧ ਸੰਗਤ ਜੀ ਮੌਤ ਦੇ ਡਰ ਤੋਂ ਅਮਰ ਹੋਣਾ, ਇਹ ਤਾਂ ਮਹਾਰਾਜ ਜੀ ਨੂੰ ਸ਼ਬਦ ਵਿੱਚ ਪ੍ਰਵਿਰਤ ਕਰ ਦਿੰਦੇ ਹੈ, ਦੇਹ ਦਾ ਅਧਿਆਸ ਛੁਡਾ ਦਿੰਦੇ ਹੈ, ਉਹਨੂੰ ਫਿਰ ਇਹ ਦਾਤ ਪ੍ਰਾਪਤ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਮਨ ਨੂੰ ਚੋਟ ਮਾਰਦੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹੈ, ਨਿਸ ਦਿਨ ਸੁਣ ਕੇ ਪੁਰਾਣ, ਤੂੰ ਰਾਤ ਦਿਨ ਪੁਰਾਣਾਂ ਦੀ ਕਥਾ ਸੁਣੀ ਜਾਂਦਾ। ਭਾਵ ਕਹਿਣ ਤੋਂ ਕਿ ਤੂੰ ਸੰਸਾਰ ਦੇ ਮਿੱਥਿਆ ਹੋਣ ਦੀ ਕਥਾ ਰਾਤ ਦਿਨ ਸੁਣਦਾ ਰਹਿਣਾ।
ਸੁਣਦਾ ਰਹਿਣਾ ਹੈ ਕਿ ਮਰ ਜਾਣਾ ਹੈ, ਆਪਣੇ ਮੂੰਹ ਤੋਂ ਵੀ ਕਹਿੰਦਾ ਰਹਿੰਦਾ ਹੈ ਉਹ ਇੱਕ ਦਿਨ ਚਲੇ ਹੀ ਜਾਣਾ ਹੈ, ਲੱਗਾ ਉੱਥੇ ਹੀ ਹੋਇਆ। ਕੰਮ ਉਹੋ ਹੀ ਕਰ ਰਿਹਾ ਹੈ, ਕੰਮ ਕੋਈ ਬਰਾਗ ਵਾਲਾ ਨਹੀਂ, ਕੰਮ ਕੋਈ ਤਿਆਗ ਵਾਲਾ ਨਹੀਂ। ਕਿੰਨੀਆਂ ਕਿੰਨੀਆਂ ਦੀਰਘ ਕਾਲ ਦੀਆਂ ਆਸਾਂ ਆਪਣੇ ਮਨ ਨੂੰ ਪੁੱਛ ਕੇ ਤਾਂ ਵੇਖ। ਕੱਲਾ ਬਹਿ ਕੇ ਕਦੇ ਅੰਦਰ ਝਾਤੀ ਤਾਂ ਮਾਰ, ਤੂੰ ਆਪਣੇ ਨੇੜੇ ਹੀ ਨਹੀਂ ਆਉਂਦਾ। ਜੇ ਤੂੰ ਕੁਝ ਗਿਆਨ ਸੁਣਦਾ ਵੀ ਹੈ ਨਾ ਤੇ ਦੂਜਿਆਂ ਨੂੰ ਪ੍ਰਭਾਵਿਤ ਕਰਨ ਲਈ ਤੂੰ ਬੋਲਦਾ ਹੈ, ਦੂਜੇ ਨੂੰ ਦੱਸਣ ਲਈ ਕਿ ਮੈਂ ਬੜਾ ਸਿਆਣਾ ਹਾਂ, ਮੈਨੂੰ ਬੜੀ ਅਕਲ ਹੈ। ਆਪਣੇ ਮਨ ਤੇ ਚੋਟ ਨਹੀਂ ਤਾਂ ਇਸ ਸ਼ਬਦ ਦੀ ਖਾਧੀ। ਜੇ ਖਾਧੀ ਹੋਵੇ ਨਾ ਤਾਂ ਸੱਚੇ ਪਾਤਸ਼ਾਹ ਕਹਿੰਦੇ ਐ ਫਿਰ ਤੈਨੂੰ ਬਰਾਗ ਜ਼ਰੂਰ ਪੈਦਾ ਹੋਵੇ। ਕਿਉਂਕਿ ਕਬੀਰ ਸਾਹਿਬ ਕਹਿੰਦੇ ਜਿਹਨੂੰ ਚੋਟ ਸ਼ਬਦ ਦੀ ਵੱਜ ਜਾਂਦੀ ਹੈ ਨਾ, ਕਹਿੰਦੇ ਨੇ ਉਹ ਤਰ ਜਾਂਦਾ ਸੰਸਾਰ ਤੋਂ। ਪਰ ਤੂੰ ਇੰਨਾ ਢੀਠ ਹੈ, ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਤੈਨੂੰ ਸਮਝਾਈਏ ਕਿ ਤੈਨੂੰ ਪਤਾ ਹੀ ਨਹੀਂ ਲੱਗਦਾ। ਤੂੰ ਆਪਣੇ ਆਪ ਵਿੱਚ ਇੰਨਾ ਕੁ ਗਾਫਲ ਹੋ ਗਿਆ, ਨਿਸ ਦਿਨ ਸੁਣ ਕੇ ਪ੍ਰਾਨ ਸਮਝਤ ਨਹਿ ਕਿਉਂ ਅਜਾਨ। ਮਹਾਰਾਜ ਕਹਿੰਦੇ ਅਣਜਾਣ ਕਿਉਂ ਬਣਿਆ, ਦੂਜਿਆਂ ਨੂੰ ਸਮਝਾਉਣ ਵਿੱਚ ਲੱਗਾ ਹੋਇਆ, ਆਪ ਕਿਉਂ ਨਹੀਂ ਸਮਝਦਾ, ਕਿਉਂ ਢੀਠਪੁਣਾ ਨਹੀਂ ਛੱਡਦਾ। ਜਿਹੜੀ ਗੱਲ ਤੂੰ ਦੂਜੇ ਨੂੰ ਸਮਝਾ ਰਿਹਾ ਇਹ ਆਪਣੇ ਮਨ ਨੂੰ ਕਿਉਂ ਨਹੀਂ ਸਮਝਾਉਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਾਲ ਤੋਂ ਪਹੁੰਚਿਓ ਆਨ, ਕਾਲ ਤਾਂ ਪਹੁੰਚ ਗਿਆ ਸਿਰ ਤੇ ਆ ਕਰਕੇ। ਕਹਾਂ ਜਾ ਹੈ ਭਾਜਰੇ, ਭੱਜ ਕੇ ਜਾਏਗਾ ਕਿੱਥੇ, ਦੇਹ ਨੂੰ ਲੈ ਕੇ ਕਿੱਥੇ ਚਲੇ ਜਾਏਗਾ। ਇਹ ਦੇਹ ਕਾਲ ਦਾ ਖਵਾਜਾ ਹੈ, ਇਹ ਅਟਲ ਸਚਾਈ ਹੈ। ਇਸ ਕਰਕੇ ਇਸ ਸਚਾਈ ਤੋਂ ਹਜੂਰ ਕਹਿੰਦੇ ਮੂੰਹ ਨਾ ਮੋੜ। ਵੇਖੋ ਹਜੂਰ ਦੀ ਬਾਣੀ ਪੜ੍ਹ ਕੇ ਨਾ ਜਿਹਨੂੰ ਸੱਚਮੁੱਚ ਹੀ ਅੰਦਰ ਫਿਰ ਚੋਟ ਲੱਗਦੀ ਹੈ, ਉਹ ਜੀਵਨ ਦੇ ਮੋਹ ਤੋਂ ਮੁਕਤ ਹੋ ਜਾਂਦਾ ਹੈ, ਮਰਨ ਦੇ ਭੈ ਤੋਂ ਮੁਕਤ ਹੋ ਜਾਂਦਾ ਹੈ ਤੇ ਹਜੂਰ ਨੂੰ ਨਰੰਗਾ ਪਿੰਜਰੇ 'ਚ ਪਾ ਕੇ ਡਰਾਉਂਦਾ ਫਿਰਦਾ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਦਰਸ਼ਨ ਮਾਤਰ ਸੇ ਹੀ ਪ੍ਰਾਣੀ ਦਾ ਭੈ ਦੂਰ ਹੋਵੇ, ਡਰ ਦੂਰ ਹੋਵੇ, ਧਰਮ ਦਾ ਬੀਰਜ ਰੱਖਣ ਵਾਲੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੇ ਦਰਸ਼ਨ ਕਰਕੇ ਹੀ ਪ੍ਰਾਣੀ ਬੇਖੌਫ ਹੋ ਜਾਂਦੇ। ਹਜੂਰ ਦੇ ਦਰਸ਼ਨ ਕਰਦਿਆਂ ਹੀ ਦੀਵਾਨ ਸਾਹਿਬ ਨੇ ਹੱਸ ਕੇ ਆਪਣੇ ਸੀਸ ਤੇ ਆਰਾ ਫਰਵਾਇਆ ਸੀ। ਦੰਦੀਆਂ ਚੜਾਉਂਦੇ ਸੀ ਦੀਵਾਨ ਸਾਹਿਬ ਉਸ ਆਰੇ ਨੂੰ। ਮਨ ਦੇ ਅੰਦਰ ਕਿੰਨੇ ਕੁ ਖੁਸ਼ ਹੋਣਗੇ ਕਿ ਮੇਰਾ ਇਹ ਸਰੀਰ ਅੱਜ ਗੁਰੂ ਨਾਨਕ ਦੇ ਘਰ ਥਾਂ ਪੈਣ ਲੱਗਾ ਹੈ। ਕਿਉਂਕਿ ਸਾਧ ਸੰਗਤ ਜੀ ਸੋਫੇ ਤੇ ਡਿੱਗ ਕੇ ਮਰਨਾ ਵੀ ਕੋਈ ਮੌਤ ਹੁੰਦੀ ਹੈ, ਬਿਮਾਰੀ ਨਾਲ ਗਰਸ ਕੇ ਮਰਨਾ ਵੀ ਕੋਈ ਮੌਤ ਹੁੰਦੀ ਹੈ। ਇਸੇ ਕਰਕੇ ਚੋਜੀ ਪਾਤਸ਼ਾਹ ਜੀ ਨੇ ਵੀ ਵਾਹਿਗੁਰੂ ਦੇ ਅੱਗੇ ਅਰਦਾਸ ਕੀਤੀ ਹੈ, ਜਬ ਆਪ ਕੀ ਆਉਦ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋਂ। ਇਹ ਵਾਹਿਗੁਰੂ ਜਦੋਂ ਮੌਤ ਦੇ ਸਰੀਰ ਦੇ ਅੰਤ ਦਾ ਸਮਾਂ ਭਾਵ ਮੌਤ ਦਾ ਸਮਾਂ ਆਣ ਬਣੇ ਤਾਂ ਮਹਾਰਾਜ हे ਅਕਾਲ ਪੁਰਖ ਵਾਹਿਗੁਰੂ ਸਾਡੇ ਤੇ ਕਿਰਪਾ ਕਰਿਓ ਕਿ ਜੰਗ ਦੇ ਅੰਦਰ ਧਰਮ ਲਈ ਜੂਝਦਿਆਂ ਹੋਇਆਂ ਛਾਤੀ ਵਿੱਚ ਵਾਰ ਖਾ ਕੇ ਫੱਟ ਖਾ ਕੇ ਧਰਮ ਲਈ ਕੁਰਬਾਨ ਹੋ ਕਰਕੇ ਮੈਦਾਨੇ ਜੰਗ ਅੰਦਰ ਰਣ ਤੱਤੇ ਵਿੱਚ ਸ਼ਹੀਦ ਹੋ ਜਾਈਏ। ਇਹ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜਾਚਨਾ ਕਰਨ ਦੀ ਇਜਾਜ਼ਤ ਦੱਸੀ ਹੈ, ਕਿਉਂਕਿ ਇਹੋ ਜਿਹਾ ਮਰਨਾ ਧਨਤਾ ਦੇ ਯੋਗ ਹੈ। ਇਹੋ ਜਿਹਾ ਮਰਨਾ ਆਉਣ ਵਾਲੀਆਂ ਨਸਲਾਂ ਨੂੰ ਮਰਨ ਦੀ ਜਾਚ ਸਿਖਾ ਦਿੰਦਾ ਹੈ। ਦੀਵਾਨ ਮਤੀ ਦਾਸ ਜੀ ਦੇ ਸੀਸ ਤੇ ਫਿਰਿਆ ਹੋਇਆ ਆਰਾ ਸਿੱਖ ਕੌਮ ਨੂੰ ਅਮਰ ਤੇ ਅਟਲ ਕਰ ਗਿਆ ਹੈ। ਦੀਵਾਨ ਸਾਹਿਬ ਦਾ ਸਰੀਰ ਤਾਂ ਇੱਕ ਦਿਨ ਚਲੇ ਜਾਣਾ ਸੀ ਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਿੱਖਿਆ ਨੇ ਦੀਵਾਨ ਸਾਹਿਬ ਨੂੰ ਉਹ ਬਖਸ਼ਿਸ਼ ਦਿੱਤੀ ਹੈ ਜਿਹੜੀ ਦੇਵੀ ਦੇਵਤਿਆਂ ਨੂੰ ਨਹੀਂ ਮਿਲਦੀ। ਤਰਸਦੇ ਆ ਦੇਵੀ ਦੇਵਤੇ ਵੀ, ਸਾਡੇ ਸੁਭਾਗ ਨੇ ਸਾਨੂੰ ਗੁਰੂ ਨਾਨਕ ਸਾਹਿਬ ਦੀ ਸਿੱਖੀ ਵਿੱਚ ਜਨਮ ਮਿਲਿਆ।
सच्चे पातशाह दे अगे अरदास करिया करिए, महाराज सानू किरपा करके ज्ञान दा प्रसाद दिओ, अपने प्रेम दा प्रसाद दिओ। साध संगत जी, मन दा ख्याल सी कि गुरु तेग बहादुर साहब जी महाराज दा शताब्दी पुरब आ रहा है। 400 साल पहला अमृतसर साहब दी पावन धरती ते गुरु के महल अस्थान धन गुरु तेग बहादुर सच्चे पातशाह जी महाराज दा अवतार होना, श्री माता नानकी जी दे उदर तो सच्चे पातशाह जी महाराज दा ये महान पुरब बहुत उत्साह नाल संगतां मना रही हैं। ਸਿੰਘਾਂ ਦਾ भी ये मन का फुरना सी कि गुरु तेग बहादुर साहब जी दे जीवन ते रोज 10 मिनट कथा जिहड़ी है वो करो। साध संगत जी, जदों कोई प्रकरण आरंभ लईदा ना, फिर पता ही नहीं लगता कि 10 मिनट कदों पूरे हो जाते हैं। पर आपां लड़ीवार कथा दे निजम विच भी बद्धे हुए हाँ। महाराज जी दे पवित्र स्थान ते श्री सुखमनी साहब जी दी महान पवित्र बाणी दी लड़ीवार कथा चल रही है। तो आपां 10 मिनट गुरु तेग बहादुर साहब जी दे चरण रोज परसिया करांगे। महाराज साहब सानू आप दी सिੱਖੀ देण, हजूर दा बरागमई उपदेश साडे हृदय विच वसे। साध संगत जी, इस उपदेश नूं कमाउणा ही जीवन दा लक्ष्य बनाउणा चाहीदा है। बाकी सब कुछ मिथ्या है। नहीं मन समझिया तो छुट जाना है। मन नूं समझा लईए कि मना जिउंदियां जी ही छड्ड दे, फिर तैनूं कोई खोभ नहीं होएगा। मरन लग्गियां कोई झोरा नहीं होएगा। चढ़दी कला नाल सुरखरू हो करके जावेंगा। जदों श्रीमान संत ज्ञानी गुरबचन सिंह जी खालसा पिंडरां वालियां ने शरीर छड्डिया सी, केसी कंघा कीता सी, दस्तार सजाई सी, कुछ जल पानी छकिया ते ऐन खिरे चेहड़े नाल जिन्ने भी सिंह सामने सन सारियां नूं आख्या, सिंघो वाहिगुरू जी का खालसा वाहिगुरू जी की फतेह। उस वेले शरीर शांत कर लिया सी। फतेह बुला के ਸਿੰਘਾਂ नूं चाला मारिया सी। साध संगत जी, उन्हां गुरमुखां दा, धन महापुरखां दा आउणा भी इस संसार दे उत्ते धन है। उन्हां दा शरीर त्याग के पर पुकार करके एक एक साह धर्म दे लेखे ला करके जाना भी धनता दे योग है। उन्हां दे नाम नूं चेते कर करके अज भी संगतां गुरसिख नेत्र सज्जल हो जाते है, हृदय सर सबज हो जाता है। क्योंकि जीवन पर्यंत पर पुकार कीता, जीवन पर्यंत सतगुरु जी की बाणी कमाई, अखीरले सवासां तक भी नाम का प्रवाह इहो जिहा चलाया। जिस दिन सचखंड जाना सी, शरीर ढिला सी ते 1 घंटा हो गया सी कथा करदिआं नूं। जिस दिन सचखंड जाना उस दिन भी कथा कीती ते गुरु साहब जी दे विआह दा प्रसंग सीगा। चौजी पातशाह धन गुरु गोबिंद सिंह साहब जी महाराज दे ते संत करतार सिंह जी महाराज पाठ करदे सी नाल। जदों 1 घंटा लंघ गया ते महापुरख संत करतार सिंह जी महाराज हाथ जोड़ के कहण लगे, महाराज समाप्ति कर दिओ, तुहाडा शरीर ढिला है ते 1 घंटा हो गया जी कथा करदे। कहंदे महापुरख कहंदे, भाई महाराज दे विआह दा प्रसंग है चौजी पातशाह जी दे, ते भई तैनूं पाठ करन लग्गिआं थकेवां। उस दिन समय तो वध कथा कीती। उन्हां नूं शरीर करके कोई बीमारी कोई रोग नहीं हुंदा। इन्ना प्यार दे विच वजद विच आ करके कथा कीती कि सारे विद्यार्थी उन्हां दे हृदय सर सबज हो गए। इउं लग रहा सी जिवें गुरु गोबिंद सिंह साहब जी का विआह अखीं वेख रहे होण, गुरु के लाहौर का दर्शन जिवें महापुरख करा रहे होण। हद संगत जी, उन्हां दा आउणा धन हो जांदा है, उन्हां दा जाना भी सफला हो जांदा है, जिन्हां नूं सतगुरु जी अपनी प्रीत नाल निवाजदे है। गुरु तेग बहादुर सच्चे पातशाह जी महाराज, सच्चे पातशाह जी ने बैराग दी बख्शिश कीती है। जिहड़े गुरसिख
ਮਹਾਰਾਜ ਨਾਲ ਪਿਆਰ ਕਰਦੇ ਐ, ਉਹਨਾਂ ਨੂੰ ਇਹ ਵੈਰਾਗ ਦਾ ਪ੍ਰਸਾਦ ਪ੍ਰਾਪਤ ਹੁੰਦਾ। ਸਤਿਗੁਰੂ ਜੀ ਦੇ ਨਾਮ ਨੂੰ ਚੇਤੇ ਕਰਦਿਆਂ ਹੀ ਐਡਾ ਵੱਡਾ ਸੁੱਖ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਰੋਜ਼ ਆਪਾਂ 10 ਮਿੰਟ ਲਾਇਆ ਕਰਾਂਗੇ। ਸਤਿਗੁਰੂ ਜੀ ਨੂੰ ਜਿਵੇਂ ਭਾਵੇਗਾ। ਆਓ ਆਪਾਂ ਲੜੀਵਾਰ ਕਥਾ ਨਾਲ ਜੁੜੀਏ। ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਦੇ ਐ, ਬਖਸ਼ਿਸ਼ ਕਰਦੇ ਐ। ਆਪਣੀ ਬੁੱਧੀ ਰੂਪੀ ਝੋਲੀ ਅੱਡ ਲਈਏ, ਮਨ ਇਕਾਗਰ ਕਰ ਲਈਏ, ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਦਿੱਤਾ ਹੋਇਆ ਪ੍ਰਸਾਦ ਪ੍ਰਾਪਤ ਕਰੀਏ। ਮਹਾਰਾਜ ਦੇ ਚਰਨਾਂ ਦੇ ਵਿੱਚ ਸੁਰਤ ਜੋੜਦੇ ਹੋਏ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸਰਗੁਣ ਨਿਰਗੁਣ ਨਿਰੰਕਾਰ। ਸਾਧ ਸੰਗਤ ਜੀ, ਇਹ 21ਵੀਂ ਅਸ਼ਟਪਦੀ ਦਾ ਸ਼ਲੋਕ ਆਰੰਭ ਹੋ ਰਿਹਾ ਹੈ। 20ਵੀਂ ਅਸ਼ਟਪਦੀ ਸਮਾਪਤ ਹੋਈ ਹੈ। ਸਤਿਗੁਰੂ ਜੀ ਨੇ ਬੇਨਤੀ ਕਰਨ ਦੀ ਸਾਨੂੰ ਆਗਿਆ ਕੀਤੀ ਕਿ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੋ। ਮਹਾਰਾਜ ਮੈਂ ਬੜਾ ਹੀ ਭਟਕਿਆ, ਹੁਣ ਮਨੁੱਖਾ ਜਨਮ ਪਾ ਕੇ ਆਪ ਦੀ ਸ਼ਰਨ 'ਚ ਆ ਗਿਆ ਹਾਂ, ਮੈਨੂੰ ਹੁਣ ਰੱਖ ਲਓ। ਮਹਾਰਾਜ ਮੈਨੂੰ ਮੰਗਤਾ ਜਾਣ ਕਰਕੇ ਆਪਣੇ ਨਾਮ ਦੀ ਖੈਰ ਪਾ ਦਿਓ। ਹਜੂਰ ਕਹਿੰਦੇ ਜਦੋਂ ਜਾਚਕ ਬਣ ਕਰਕੇ ਮੰਗੋਗੇ ਤੇ ਮਹਾਰਾਜ ਸਾਹਿਬ ਜੀ ਜ਼ਰੂਰ ਦਿੰਦੇ ਆ, ਕਿਉਂਕਿ ਦਾਤੇ ਆ ਸਤਿਗੁਰੂ। ਆਪਣੇ ਮਨ 'ਚ ਜਾਣ ਲੈ ਕੇ ਮਨਾ ਤੈਨੂੰ ਮੰਗਤਾ ਨਹੀਂ ਬਣਨਾ ਆਇਆ, ਗੁਰੂ ਸਾਹਿਬ ਦੇ ਦਰ ਦਾ ਕੂਕਰ ਨਹੀਂ ਬਣਨਾ ਆਇਆ। ਬੜਾ ਕਠਨ ਮੈਂ ਕੂਕਰ ਬਣਨਾ। ਸਤਿਗੁਰੂ ਜੀ ਖਜ਼ਾਨੇ ਇਉਂ ਖੋਲ੍ਹਦੇ ਐ। ਗੁਰੂ ਅੰਗਦ ਸਾਹਿਬ ਜੀ ਦਰਸ਼ਨ ਕਰਨੀ ਆਏ ਸੀ ਨਾ, ਤਾਂ ਹਜੂਰ ਆਪ ਚੱਲ ਕੇ ਆਏ ਸੀ ਗੁਰੂ ਨਾਨਕ ਸਾਹਿਬ। ਤਾਂ ਮਹਾਰਾਜ ਸਾਹਿਬ ਜੀ ਨੂੰ ਜਦੋਂ ਗੁਰੂ ਅੰਗਦ ਸਾਹਿਬ ਨੂੰ ਪਤਾ ਲੱਗਾ ਸੀ ਕਿ ਇਹੀ ਗੁਰੂ ਨਾਨਕ ਸਾਹਿਬ ਹੈ ਜਿਨ੍ਹਾਂ ਨੂੰ ਅਸੀਂ ਪੁੱਛਿਆ, ਤੇ ਉਹ ਹਜੂਰ ਤੁਰ ਕੇ ਆਏ, ਅਸੀਂ ਘੋੜੀ ਤੇ ਚੜ੍ਹ ਕੇ ਆਏ ਆ। ਬੜਾ ਦਰਬਾਰ ਵਿੱਚ ਬੈਠਿਆਂ ਮਨ ਵਿੱਚ ਝੂਰਨ ਲੱਗੇ। ਮਨ ਦੀ ਦਸ਼ਾ ਜਾਣ ਕੇ ਗੁਰੂ ਨਾਨਕ ਸਾਹਿਬ ਨੇ ਆਖਿਆ, ਭਾਈ ਪੁਰਖਾ ਕੀ ਫੁਰਨਾ ਕਰਦੇ ਹੋ? ਮਹਾਰਾਜ ਬੜੀ ਗਲਤੀ ਹੋਈ ਹੈ ਸਾਥੋਂ, ਆਪ ਤੁਰ ਕੇ ਆਏ, ਅਸੀਂ ਘੋੜੀ ਤੇ ਚੜ੍ਹ ਕੇ ਆਏ। ਮਹਾਰਾਜ ਕਹਿੰਦੇ, ਭਾਈ ਤੇਰਾ ਨਾਂ ਕੀ ਹੈ? ਭਾਈ ਪੁਰਖਾ। ਮਹਾਰਾਜ ਮੇਰਾ ਨਾਂ ਲੈਣਾ ਏ। ਸਤਿਗੁਰੂ ਜੀ ਕਹਿੰਦੇ, ਭਾਈ ਫਿਰ ਤੁਸਾਂ ਲੈਣਾ ਹੈ ਤੇ ਅਸਾਂ ਦੇਣਾ ਹੈ। ਬਖਸ਼ਿਸ਼ ਕੀਤੀ ਹੈ ਸੱਚੇ ਪਾਤਸ਼ਾਹ ਜੀ। ਮਹਾਰਾਜ ਕਹਿੰਦੇ ਜਿੰਨਾ ਲੈਣਾ ਹੁੰਦਾ ਹੈ ਉਹ ਘੋੜੀਆਂ ਤੇ ਚੜ੍ਹ ਕੇ ਹੀ ਆਇਆ ਕਰਦੇ। ਸਮਰੱਥ ਸਤਿਗੁਰੂ ਜੀ ਆਪ ਤੁਰ ਕੇ ਅੱਗੋਂ ਲੈਣ ਗਏ ਸੀ। ਉਦੋਂ ਤਾਂ ਗੁਰੂ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਸਿੱਖੀ ਸੀ ਨਾ, ਪਰ ਸਤਿਗੁਰੂ ਜੀ ਨੇ ਓਡੀ ਵੱਡੀ ਬਖਸ਼ਿਸ਼ ਕਰਨੀ ਹੈ, ਇਸ ਕਰਕੇ ਗੁਰਿਆਈ ਦੇ ਮਾਲਕ ਜਾਣ ਕਰਕੇ ਅਦਬ ਕੀਤਾ ਸੀ ਕਿ ਸਾਡੀ ਗੁਰਿਆਈ ਦੇ ਮਾਲਕ ਹੋਣਗੇ, ਇਹ ਸਾਡਾ ਉੱਤਰਾਧਿਕਾਰੀ ਹੋਣਗੇ। ਫਿਰ ਸਤਿਗੁਰੂ ਜੀ ਨੇ ਪਰਖਿਆ ਵੀ ਸੀ, ਕਿੱਡੀ ਵੱਡੀ ਪਰਖ ਵਿੱਚੋਂ ਗੁਰੂ ਅੰਗਦ ਸਾਹਿਬ ਜੀ ਹੀ ਪੂਰੇ ਉਤਰੇ ਸੀ। ਫਿਰ ਮਹਾਰਾਜ ਜੀ ਨੇ ਇਹ ਵੀ ਕਿਹਾ ਸੀ ਨਾ ਕਿ ਭਾਈ ਪੁਰਖਾ ਤੁਸੀਂ ਕਿੱਥੇ ਚੱਲੇ ਹੋ? ਮਹਾਰਾਜ ਅਸੀਂ ਤਾਂ ਦੇਵੀ ਪਰਸਣ ਚੱਲੇ, ਜਾਂਦੇ ਨਹੀਂ ਹੁਣ ਤੁਸੀਂ। ਗੁਰੂ ਅੰਗਦ ਸਾਹਿਬ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਜੇ ਘਰੋਂ ਕੋਈ ਸ਼ਹਿਦ ਲੈਣ ਤੁਰਿਆ ਹੋਵੇ ਤੇ ਉਹਨੂੰ ਮਿਲ ਜੇ ਅੰਮ੍ਰਿਤ, ਹੁਣ ਫਿਰ ਮਹਾਰਾਜ ਸ਼ਹਿਦ ਲੈ ਕੇ ਕੀ ਕਰਨਾ ਹੈ? ਹਜੂਰ ਸਾਨੂੰ ਤਾਂ ਆਪ ਦਾ ਦਰਸ਼ਨ ਹੋ ਗਿਆ, ਅਸੀਂ ਜਿੱਥੇ ਆਉਣਾ ਸੀ ਆ ਗਏ ਆ। ਮਹਾਰਾਜ ਹੁਣ ਤੁਹਾਡੇ ਚਰਨਾਂ ਦੀ ਸ਼ਰਨ ਚੋਂ ਅਸੀਂ ਕਿਧਰੇ ਨਹੀਂ ਜਾਣਾ। ਸੱਚੇ ਪਾਤਸ਼ਾਹ ਸਾਡਾ ਜੰਮਣ ਮਰਨ ਸਾਡਾ ਸਭ ਕੁਝ ਹੀ ਤੁਸੀਂ ਹੋ। ਮਹਾਰਾਜ ਤੁਹਾਡੇ ਨਾਲ ਹੀ ਸਾਡਾ ਸਭ ਕੁਝ ਜੁੜਿਆ ਹੋਇਆ, ਸਭ ਕੁਝ ਹੀ ਅਰਪਣ ਕਰ ਦਿੱਤਾ ਸੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਪ੍ਰੀਤ ਨਾਲ ਕਮਾਈਏ ਤਾਂ ਫਿਰ ਸਾਧ ਸੰਗਤ ਜੀ ਨਾਮ ਦਾ ਗਿਣਕਾ ਹਜੂਰ ਬਖਸ਼ਿਸ਼ ਕਰਦੇ ਐ।
ਮਨ ਦੇ ਫੁਰਨੇ ਛੁੱਟ ਜਾਣਗੇ ਤਾਂ ਬਹੁਤ ਸੁੱਖ ਮਿਲਦਾ ਹੈ। ਇਹ ਏਡਾ ਪਰਵਾਹ ਹੈ ਨਾ, ਇਹ ਹੀ ਨਹੀਂ ਚੈਨ ਲੈਣ ਦਿੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਐ, ਸਾਧੂਆਂ ਦੇ ਚਰਨਾਂ ਦੀ ਧੂੜ ਮੰਗ, ਨਿਮਰਤਾ ਨਾਲ ਅੰਦਰ ਨਾਮ ਟਿਕਦਾ ਹੈ। ਇਹ ਸਤਿਗੁਰਾਂ ਜੀ ਨੇ, ਗਰੀਬ ਨਵਾਜ ਜੀ ਨੇ ਸਿੱਖਿਆ ਸਮਝਾਈ। ਜਾਚਨਾ ਕਰਨ ਦੀ ਹਜੂਰ ਨੇ ਜਾਚ ਦੱਸੀ ਤੇ ਫਿਰ ਆਖਿਆ, ਜੇ ਸਤ ਸੰਗਤ ਵਿੱਚ ਬੈਠ ਕਰਕੇ ਤੂੰ ਇੱਕ ਨਿਮਖ ਮਾਤਰ ਵੀ ਨਾਮ ਜਪੇਗਾ ਨਾ, ਸਾਰੀਆਂ ਬੈਕੁੰਠ ਦੀਆਂ ਸ਼ਕਤੀਆਂ ਤੇਰੇ ਅੱਗੇ ਹੱਥ ਜੋੜ ਕੇ ਖਲੋ ਜਾਣਗੀਆਂ, ਸਾਰੀਆਂ ਮੁਕਤੀਆਂ ਤੈਨੂੰ ਆ ਕਰਕੇ ਪ੍ਰਾਪਤ ਹੋ ਜਾਣਗੀਆਂ। 9 ਨਿਧੀਆਂ 18 ਸਿੱਧੀਆਂ ਤੇਰੇ ਅੱਗੇ ਹੱਥ ਜੋੜ ਕਰਕੇ ਤੇਰੀ ਸੇਵਾ ਵਿੱਚ ਹਾਜ਼ਰ ਹੋ ਜਾਣਗੀਆਂ, ਜੇ ਇੱਕ ਨਿਮਖ ਮਾਤਰ ਤੇਰਾ ਪਿਆਰ ਸਤ ਸੰਗਤ ਵਿੱਚ ਨਾਮ ਨਾਲ ਲੱਗ ਗਿਆ। ਕੀ ਮਹਿਮਾ ਕਹੀ ਜਾ ਸਕਦੀ ਹੈ? ਕੋਈ ਵਰਣਨ ਕਰਨ ਵਾਸਤੇ ਸ਼ਬਦ ਹਨ? ਹਜੂਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਇਹ ਅਗਮ ਅਗਾਧ ਕਥਾ ਹੈ। ਜਿਸ ਸੁੱਖ ਨੂੰ ਬ੍ਰਹਮਾ ਸਾਰੀ ਉਮਰ ਚ ਨਹੀਂ ਪ੍ਰਾਪਤ ਕਰ ਸਕਦਾ, ਛੋਡੇ ਵੱਡੇ ਰਾਜੇ ਦੀ ਤਾਂ ਗੱਲ ਹੀ ਪਰਾਂ ਹੈ। ਉਹਨੀ ਤਾਂ ਗੱਲ ਹੀ ਕੀ ਕਰਨੀ ਹੈ। ਬ੍ਰਹਮਾ ਦੀ ਗੱਲ ਮਹਾਰਾਜ ਕੀਤੀ ਹੈ, ਸਿੱਧੀ ਕਿਹਾ ਕਿ ਬ੍ਰਹਮਾ ਨੂੰ ਸਾਰੀ ਉਮਰ ਵਿੱਚ ਓਨਾ ਆਨੰਦ ਨਹੀਂ ਜਿੰਨਾ ਸਤਸੰਗੀ ਨੂੰ ਇੱਕ ਵਾਰ ਵਾਹਿਗੁਰੂ ਕਹਿਣ ਨਾਲ ਆਨੰਦ ਪ੍ਰਾਪਤ ਹੁੰਦਾ ਹੈ। ਇਹ ਸਤਿਗੁਰੂ ਜੀ ਨੇ 20ਵੀਂ ਅਸ਼ਟਪਦੀ ਵਿੱਚ ਸਤਸੰਗਤ ਵਿੱਚ ਜੁੜ ਕੇ ਨਾਮ ਦਾ ਮਹਾਤਮ ਕਿੱਡਾ ਵੱਡਾ ਹੈ, ਮਹਾਰਾਜ ਜੀ ਕਹਿੰਦੇ ਉਹਨੂੰ ਕਥਨ ਨਹੀਂ ਕੀਤਾ ਜਾ ਸਕਦਾ। ਜੋ ਕੁਝ ਤੈਂ ਸੁਣਿਆ, ਜੋ ਕੁਝ ਤੈਨੂੰ ਨਹੀਂ ਵੀ ਪਤਾ, ਤੈਨੂੰ ਸਭ ਕੁਝ ਹੀ ਪ੍ਰਾਪਤ ਹੋ ਜਾਣਾ। ਸਾਰੀਆਂ ਇੱਛਾ ਤੇਰੀਆਂ ਪੂਰੀਆਂ ਹੋ ਜਾਣਗੀਆਂ। ਤੇਰੇ ਮਨ ਦੀ ਸ਼ਰਧਾ ਵਾਹਿਗੁਰੂ ਪੂਰੀ ਕਰ ਦੇਵੇਗਾ। ਕੀ ਆ ਨਿੱਕੇ ਨਿੱਕੇ ਪਦਾਰਥ, ਛੋਟੀਆਂ ਛੋਟੀਆਂ ਚੀਜ਼ਾਂ ਜਿਨ੍ਹਾਂ ਲਈ ਤੇਰਾ ਮਨ ਬਿਲਕਦਾ ਰਹਿੰਦਾ। ਬੱਚਾ ਖਿਡੌਣੇ ਤੇ ਖੇਡਣ 'ਚ ਹੀ ਸਮਝਦਾ ਨਾ ਸੁੱਖ, ਤੇ ਪਰ ਜਿਹੜਾ ਵੱਡਾ ਹੁੰਦਾ ਉਹਨੂੰ ਪਤਾ ਹੈ ਕਿ ਐਵੇਂ ਛੋਟੇ ਜਿਹੇ ਖਿਡੌਣੇ ਵਿੱਚ ਪਰਚਿਆ ਹੋਇਆ। ਇਸ ਤਰ੍ਹਾਂ ਬ੍ਰਹਮ ਗਿਆਨੀ ਨੂੰ ਪਤਾ ਹੁੰਦਾ ਹੈ ਕਿ ਇਹ ਵਿਚਾਰੇ ਗ੍ਰਸਤੀ ਜੀਵ ਐਵੇਂ ਛੋਟੇ ਛੋਟੇ ਕੰਮਾਂ 'ਚ ਪਰਚੇ ਹੋਏ ਐ, ਉਲਝੇ ਹੋਏ ਐ, ਫਸੇ ਹੋਏ ਐ, ਪਤਾ ਹੀ ਨਹੀਂ ਵਿਚਾਰਿਆਂ ਨੂੰ। ਉਹ ਜੇ ਪ੍ਰਾਣੀਆਂ ਵੱਲ ਵੇਖਦੇ ਆ ਨਾ, ਕਿਤੇ ਆਪਣੀ ਸੁਰਤ ਹਟਾ ਕੇ ਸੰਸਾਰ ਨੂੰ ਤੱਕਦੇ ਆ, ਹੈ ਤਾਂ ਉਹਨਾਂ ਵਾਸਤੇ ਸਭ ਬ੍ਰਹਮ ਰੂਪ, ਉਹਦੀ ਆਗਿਆ 'ਚ ਹੀ ਚੱਲਦਾ ਸਭ ਕੁਝ ਵੇਖ ਰਹੇ ਆ। ਪਰ ਜਦੋਂ ਜੀਵਪੁਣਾ ਵੇਖਦੇ ਆ ਉਦੋਂ ਹੈਰਾਨ ਹੁੰਦੇ ਆ ਕਿ ਕਿਵੇਂ ਖਿਡੌਣਿਆਂ ਦੇ ਖੇਡਣ ਵਿੱਚ ਲੱਗੇ ਹੋਏ। ਬ੍ਰਹਮ ਗਿਆਨੀ ਆਪ ਛੁੱਟ ਜਾਂਦਾ ਹੈ ਸਾਰੇ ਬੰਧਨਾਂ ਤੋਂ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਤੈਨੂੰ ਸੰਗਤ ਕਰਨ ਦੇ ਵਿੱਚ ਲਾਭ ਪ੍ਰਾਪਤ ਹੋਵੇਗਾ, ਜੀਵਨ ਦਾ ਲਾਹਾ ਖੱਟ ਲਏਗਾ। ਇਹ ਹਜੂਰ ਨੇ 20ਵੀਂ ਅਸ਼ਟਪਦੀ ਵਿੱਚ ਆਗਿਆ ਕੀਤੀ। ਹੁਣ ਮਹਾਰਾਜ ਜੀ 21ਵੀਂ ਅਸ਼ਟਪਦੀ ਸੱਚੇ ਪਾਤਸ਼ਾਹ ਜੀ ਆਰੰਭ ਕਰਦੇ। ਹਜੂਰ ਫਰਮਾਉਂਦੇ ਆ, ਸਰਗੁਣ ਨਿਰਗੁਣ ਨਿਰੰਕਾਰ। ਸਾਧ ਸੰਗਤ ਜੀ ਹੁਣ ਪਰਲੋਂ ਕਰਨ ਲੱਗੇ ਆ ਮਹਾਰਾਜ। ਜੋ ਕੁਝ ਸਿੱਖਣਾ, ਜੋ ਕੁਝ ਸੁਣਾਉਣਾ, ਜੋ ਕੁਝ ਸੁਣਨਾ, ਜੋ ਕੁਝ ਕਥਨ ਕਰਨਾ, ਗਿਆਨ ਦਾ ਸਮਝਣਾ, ਸਮਝਾਉਣਾ, ਸਭ ਪਰਲੋਂ ਹੋਣ ਲੱਗਾ। ਇਹ 21ਵੀਂ ਅਸ਼ਟਪਦੀ ਅੰਦਰ ਜਦੋਂ ਕੋਈ ਮਹਾਪੁਰਖ ਜੀਵਨ ਮੁਕਤ ਮਹਾਤਮਾ ਸਰੀਰ ਛੱਡਣ ਲੱਗੇ ਨਾ, ਤਾਂ ਉਸ ਦੇ ਅੰਤਲੇ ਸਵਾਸਾਂ ਵੇਲੇ ਇਸ ਸ਼ਲੋਕ ਤੇ ਅਸ਼ਟਪਦੀ ਦਾ ਪਾਠ ਕਰਨ ਦੀ ਆਗਿਆ ਕਿ ਉਸ ਸਮੇਂ ਫਿਰ ਸਾਰਾ ਕੁਝ ਪਰਲੋਂ ਹੋ ਜਾਂਦਾ ਤੇ ਮਹਾਤਮਾ ਦੇਹ ਦਿਆਸ ਨੂੰ ਜੀਂਦੇ ਹੀ ਛੱਡ ਕੇ ਆਪਣੇ ਆਪ ਵਿੱਚ, ਆਪਣੇ ਵਾਸਤਵ ਸਰੂਪ ਦੇ ਅੰਦਰ, ਆਪਣੀ ਜੋਤ ਦੇ ਅੰਦਰ ਇੱਕ ਮਿਕ ਹੋ ਜਾਂਦੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਨਿਰੰਕਾਰ ਸਰੂਪ ਸਤਿਗੁਰੂ ਜੀ ਜਦੋਂ ਸੱਚਖੰਡ ਚਾਲਾ ਮਾਰਿਆ ਏ, ਮਹਾਰਾਜ ਜੀ ਨੇ ਆਪਣੀ ਵਾਸਤਵ ਜੋਤ ਵਿੱਚ ਜੋਤ ਮਿਲਾ ਦਿੱਤੀ ਸੀ। ਹਜੂਰ ਦਾ ਸਰੂਪ ਕੇਵਲ ਦਿਸਣ ਮਾਤਰ ਦਿਸਦਾ ਸੀ ਤੇ ਜਿੰਨੇ ਦਰਸ਼ਨ ਕਰ ਰਹੇ ਸੀ ਸਾਰਿਆਂ ਨੂੰ ਇਉਂ ਪ੍ਰਤੀਤ ਹੁੰਦਾ ਸੀ ਕਿ ਮਹਾਰਾਜ ਮੇਰੇ ਵੱਲ ਵੇਖ ਕੇ ਮੁਸਕਰਾ ਰਹੇ। ਤੇ ਜਿਹਨੂੰ ਚੋਜੀ ਪਾਤਸ਼ਾਹ ਜੀ ਦਾ ਮੁਸਕਰਾਉਂਦਾ ਹੋਇਆ ਪਵਿੱਤਰ ਚਿਹਰਾ ਦਿਸ ਰਿਹਾ ਹੋਵੇ,
ਉਸ ਦੇ ਦਿਲ ਦੀ ਖੁਸ਼ੀ, ਉਸ ਦੇ ਮਨ ਦੀ ਅਵਸਥਾ ਸਾਧ ਸੰਗਤ ਜੀ ਕਿਉਂ ਨਹੀਂ ਖੇੜੇ ਵਾਲੀ ਹੋਵੇਗੀ। ਜਿਹੜੀ ਸਾਡੇ ਮਨ ਦੀ ਭਾਵਨਾ ਹੈ ਨਾ, ਉਹਦੇ ਨਾਲ ਹੀ ਸਾਨੂੰ ਦਰਸ਼ਨ ਹੁੰਦਾ ਹੈ। ਬਿਰਤੀ ਇਕਾਗਰ ਕਰਨੀ ਨਹੀਂ ਤੇ ਸਮਝ ਨਹੀਂ ਪਵੇਗੀ। ਜਿਹੜੀ ਸਾਡੀ ਭਾਵਨਾ ਹੈ, ਸਾਡੀ ਭਾਵਨਾ ਦੇ ਮੁਤਾਬਕ ਸਾਨੂੰ ਦਰਸ਼ਨ ਹੋ ਜਾਂਦਾ। ਭਾਵੋ ਹੀ ਵਿਦਤੇ ਦੇਵਾ। ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੂਪ ਦਾ ਵਰਣਨ ਇਤਿਹਾਸ ਵਿੱਚ ਸੁਣਦੇ ਹਾਂ, ਸਾਡਾ ਮਨ ਤਸਵੀਰ ਤਾਂ ਬਣਾਉਂਦਾ ਹੀ ਹੋਊ ਨਾ ਚੋਜੀ ਪਾਤਸ਼ਾਹ ਦੀ। ਸੁਣ ਸੁਣ ਕੇ ਮਨ ਕੋਈ ਨਾ ਕੋਈ ਘਾੜਤ ਤਾਂ ਘੜਦਾ ਹੀ ਹੋਊ ਨਾ ਅੰਦਰ, ਕਿ ਮੇਰਾ ਇਸ਼ਟ ਦੇਵ ਇਸ ਤਰ੍ਹਾਂ ਦਾ ਹੋਵੇਗਾ। ਗੁਰੂ ਸਾਹਿਬ ਸਾਡੇ ਇਸ਼ਟ ਦੇਵ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਤਾਂ ਮਨ ਜ਼ਰੂਰ ਜਦੋਂ ਭਾਈ ਨੰਦ ਲਾਲ ਜੀ ਦੀ ਰਚਨਾ ਸੁਣਦਾ ਹੈ, ਜਦੋਂ ਇਤਿਹਾਸ ਸੁਣਦਾ ਹੈ ਕਿ ਹਜੂਰ ਇਸ ਤਰ੍ਹਾਂ ਤਖਤ ਤੇ ਵੀਰ ਆਸਣ ਲਾ ਕੇ ਬੈਠਦੇ ਆ, ਮਹਾਰਾਜ ਜਦੋਂ ਆਉਂਦੇ ਆ, ਹਜੂਰ ਦੇ ਆਉਣ ਤੇ ਸੰਗਤਾਂ ਸਤਿਕਾਰ ਵਿੱਚ ਖੜੀਆਂ ਹੁੰਦੀਆਂ, ਮਹਾਰਾਜ ਦੇ ਸ਼ੀਸ਼ ਤੇ ਝੂਲਦੀ ਹੋਈ ਕਲਗੀ, ਸੁੱਚੇ ਮੋਤੀ, ਮਹਾਰਾਜ ਦੇ ਗਲ ਵਿੱਚ ਪਈ ਹੋਈ ਮਾਲਾ, ਹਜੂਰ ਦੇ ਗਾਤਰੇ ਪਈ ਹੋਈ ਸ੍ਰੀ ਸਾਹਿਬ, ਗੱਜ ਚੌੜੀ ਛਾਤੀ, ਇੰਨਾ ਉੱਚਾ ਲੰਮਾ ਕੱਦ, ਦਾਗਦਾ ਹੋਇਆ ਮਸਤਕ ਸਤਿਗੁਰੂ ਜੀ ਦਾ, ਇੱਕ ਇੱਕ ਰੋਮ ਇਉਂ ਚਮਕ ਰਿਹਾ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ। ਹਜੂਰ ਦੇ ਦਰਸ਼ਨ ਜਦੋਂ ਆਪਾਂ ਇਤਿਹਾਸ ਦੇ ਝਰੋਖੇ ਵਿੱਚੋਂ ਵੇਖਦੇ ਹਾਂ, ਗੁਰੂ ਜੀ ਦੇ ਹਜੂਰੀ ਕਵੀਆਂ ਦੀਆਂ ਰਚਨਾ ਵਿੱਚੋਂ ਪੜ੍ਹਦੇ ਹਾਂ, ਭਾਈ ਨੰਦ ਲਾਲ ਜੀ ਦੀ ਰਚਨਾ ਵਿੱਚੋਂ ਪੜ੍ਹਦੇ ਹਾਂ, ਜਦੋਂ ਭਾਈ ਸਾਹਿਬ ਵਜਦ ਵਿੱਚ ਆ ਕਰਕੇ ਕਹਿੰਦੇ ਆ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਕਿਹੋ ਜਿਹੇ ਸ਼ਬਦ ਨੇ, ਕਿਹੋ ਜਿਹਾ ਸ਼ਾਹੇ ਸ਼ਹਿਨਸ਼ਾਹ, ਹਿੰਦੁਸਤਾਨ ਦਾ ਬਾਦਸ਼ਾਹ ਵੀ ਇੰਨੀ ਆਬਾ ਨਹੀਂ ਰੱਖਦਾ, ਦੇਵੀ ਦੇਵਤਿਆਂ ਦੀਆਂ ਪੁਰੀਆਂ ਇੰਨੀਆਂ ਆਬਾ ਨਹੀਂ ਰੱਖਦੀਆਂ। ਹੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਿਹੋ ਜੀ ਆਪ ਜੀ ਦੇ ਚਿਹਰੇ ਦੀ ਆਬਾ ਹੈ, ਮੇਰੇ ਕੋਲ ਕਲਮ ਨਾਲ ਬਿਆਨ ਹੁੰਦੀ ਤਾਂ ਭਾਈ ਨੰਦ ਲਾਲ ਜੀ ਕਹਿੰਦੇ ਮੈਂ ਲਿਖ ਦਿੰਦਾ ਕਿ ਆਉਣ ਵਾਲੀਆਂ ਨਸਲਾਂ ਸਮਝ ਸਕਦੀਆਂ ਕਿ ਗੁਰੂ ਸਾਹਿਬ ਇੰਨੇ ਸੁੰਦਰ ਸੀ। ਸਾਧ ਸੰਗਤ ਜੀ, ਉਹ ਇਸ਼ਟ ਦੇਵ ਦੀ ਪ੍ਰੀਤ ਤੇ ਜਿਹੋ ਜੇ ਮਨ ਦੀ ਸਾਡੀ ਭਾਵਨਾ ਬਣਦੀ ਆ ਨਾ, ਫਿਰ ਸੁਣ ਸੁਣ ਕੇ ਮਨ ਤਸਵੀਰ ਖਿੱਚਦਾ ਬਾਜਾਂ ਵਾਲੇ ਸਤਿਗੁਰੂ ਜੀ ਦੀ। ਜਿਹਦਾ ਜਿੰਨਾ ਮਨ ਪਵਿੱਤਰ ਹੁੰਦਾ ਹੈ, ਉਹਨੂੰ ਓਨੀ ਹੀ ਜਲਦੀ ਫਿਰ ਦਰਸ਼ਨ ਹੁੰਦਾ। ਆਪਣੇ ਪੰਥ ਵਿੱਚ ਇਹ ਪ੍ਰਚਲਿਤ ਵੈ ਕਿ ਜਦੋਂ ਹਜੂਰ ਸਾਹਿਬ ਮਹੱਲਾ ਨਿਕਲਦਾ ਹੈ, ਗੁਰੂ ਸਾਹਿਬ ਜੀ ਦਾ ਘੋੜਾ ਆਉਂਦਾ ਹੈ, ਅਰਦਾਸ ਕਰਕੇ ਨਿਸ਼ਾਨ ਸਾਹਿਬ ਦੀ ਤਾਬਿਆ ਜਦੋਂ ਨਿਕਲਦੇ ਆ, ਭਾਵੇਂ ਮਾਇਆ ਵਿੱਚ ਲੱਗੇ ਹੋਏ ਸਾਡੇ ਮਨ ਤੇ ਕਈ ਸੰਸਾਰ ਵਿੱਚ ਜੁੜੇ ਹੋਏ ਕਹਿੰਦੇ ਸਿੱਖ ਕਿ ਇਹ ਸ਼ਰਧਾ ਨਾਲ ਐਵੇਂ ਕਹੀ ਜਾਂਦੇ ਆ, ਪਰ ਸਾਧ ਸੰਗਤ ਜੀ ਜਦੋਂ ਨਗਾਰੇ ਤੇ ਵੱਜਦੀ ਹੈ ਚੋਬ, ਹੁੰਦਾ ਹੈ ਅਰਦਾਸਾ, ਨਿਸ਼ਾਨ ਸਾਹਿਬ ਦੀ ਛਤਰ ਛਾਇਆ ਦੇ ਥੱਲੇ ਨਿਕਲਦਾ ਮਹੱਲਾ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ, ਉਦੋਂ ਭਾਵਨਾ ਵਾਲਿਆਂ ਨੂੰ ਦਰਸ਼ਨ ਹੋ ਜਾਂਦੇ। ਤੇ ਇਹੋ ਜਿਹੇ ਪਵਿੱਤਰ ਆਤਮਾ ਗੁਰਸਿੱਖ ਹੋਏ ਆ ਜਿਨ੍ਹਾਂ ਨੂੰ ਦਰਸ਼ਨ ਹੋਏ ਆ, ਜਿਨ੍ਹਾਂ ਨੇ ਦਰਸ਼ਨ ਵੇਖ ਕੇ ਉਸ ਸੁੱਖ ਨੂੰ ਪਾਇਆ ਹੈ। ਇਹ ਸਾਧ ਸੰਗਤ ਜੀ ਸਾਡੀ ਭਾਵਨਾ ਹੈ। ਜਿਹੋ ਜੀ ਭਾਵਨਾ ਹੋਵੇ ਨਾ, ਉਸੇ ਤਰ੍ਹਾਂ ਦਾ ਇਸ਼ਟ ਦੇਵ ਦਾ ਦਰਸ਼ਨ ਹੋ ਜਾਂਦਾ। ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਜਦੋਂ ਇੱਕ ਪੰਡਤ ਆਇਆ ਸੀ, ਉਸਨੇ ਕਿਹਾ ਜੇ ਮਹਾਰਾਜ ਨਿਰੰਕਾਰ ਰੂਪ ਹੈ ਤਾਂ ਮੈਨੂੰ ਵਿਸ਼ਨੂੰ ਰੂਪ 'ਚ ਦਰਸ਼ਨ ਦੇਣ। ਤਾਂ ਹਜੂਰ ਜਦੋਂ ਤਖਤ ਤੇ ਬੈਠੇ ਹੋਏ ਆ, ਉਵੇਂ ਹੀ ਸੰਖ ਚੱਕਰ ਗਦਾ ਪਦਮ ਆਪ ਆਪ ਕੀਓ ਸ਼ਦਮ, ਉਹ ਸਾਰਾ ਕੁਝ ਹੀ ਜਿਹੜਾ ਲੁਕਾਇਆ ਹੋਇਆ ਸੀ ਉਹ ਪੰਡਤ ਨੂੰ ਪ੍ਰਤੱਖ ਹੀ ਦਿਸ ਪਿਆ, ਬੇਹੋਸ਼ ਹੋ ਕੇ ਗਸ਼ ਖਾ ਕੇ ਡਿੱਗ ਪਿਆ ਸੀ। ਜਿਹੋ ਜੀ ਭਾਵਨਾ ਕਰੀਏ ਉਹੋ ਜਿਹਾ ਹੀ ਇਸ਼ਟ ਦੇਵ ਦਾ ਰੂਪ ਪ੍ਰਗਟ ਹੋ ਜਾਂਦਾ ਹੈ, ਕਿਉਂਕਿ ਭਾਵਨਾ ਨਾਲ ਦਰਸ਼ਨ ਹੁੰਦੇ ਆ, ਸ਼ਰਧਾ ਨਾਲ ਦਰਸ਼ਨ ਹੁੰਦੇ ਆ। ਜਿਹੜਾ ਸਰਗੁਣ ਸਰੂਪ ਹੈ ਉਸ ਦੀ ਬਾਬਤ ਮੈਂ ਬੇਨਤੀ ਕੀਤੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੋਹਾਂ ਹੀ ਸਰੂਪਾਂ ਦਾ ਮੇਲ ਕਰਦੇ ਹੋਏ ਮਹਾਰਾਜ ਇੱਥੇ ਪਰਲੋਂ ਕਥਨ ਕਰਦੇ ਆ। ਹੁਣ ਕੇਂਦਰ ਬਿੰਦੂ ਤੇ ਆਈਏ ਜੋ ਮਹਾਰਾਜ ਸਾਨੂੰ ਇਸ ਅਸ਼ਟਪਦੀ ਦੇ ਅੰਦਰ ਬਖਸ਼ਿਸ਼ ਕਰਨ ਲੱਗੇ ਆ, ਕਿਉਂਕਿ ਪ੍ਰਕਰਨ ਪਤਾ ਲੱਗ ਜਾਵੇ
ਫਿਰ ਅਰਥ ਬਹੁਤ ਜਲਦ ਸਮਝ ਪੈਂਦੇ ਆ। ਸਾਧ ਸੰਗਤ ਜੀ, 5 ਪ੍ਰਕਾਰ ਦੀ ਪਰਲੋਂ ਹੁੰਦੀ ਹੈ। ਇੱਕ ਤਾਂ ਹੈ ਨਿਤ ਪਰਲੋਂ, ਫਿਰ ਹੈ ਨਿਮਿਤ ਪਰਲੋਂ, ਤੀਸਰੀ ਹੈ ਪ੍ਰਕਿਰਤ ਪਰਲੋਂ, ਚੌਥੀ ਹੈ ਮਹਾ ਪਰਲੋਂ ਤੇ ਪੰਜਵੀਂ ਹੈ ਗਿਆਨ ਪਰਲੋਂ। ਇਸ ਅਸ਼ਟਪਦੀ ਵਿੱਚ ਮਹਾਰਾਜ ਨੇ 5 ਹੀ ਪਰਲੋਂ ਕਥਨ ਕੀਤੀਆਂ, ਇਸ ਕਰਕੇ ਬੇਨਤੀ ਕੀਤੀ ਹੈ। 5 ਪਰਲੋਂ ਦਾ ਜ਼ਿਕਰ ਇਸ ਅਸ਼ਟਪਦੀ ਵਿੱਚ ਆਵੇਗਾ। ਜਿਹੜੀ ਨਿਤ ਪਰਲੋਂ ਹੈ ਉਹ ਕੀ ਹੈ? ਨਿਤ ਦੀ ਪਰਲੋਂ ਜੀਵ ਤੇ ਆਉਂਦੀ ਹੈ ਜਦੋਂ ਸਾਨੂੰ ਨੀਂਦ ਆ ਜਾਂਦੀ ਹੈ। ਇਹ ਨਿਤ ਦੀ ਪਰਲੋਂ ਹੈ। ਜਿਹੜੇ ਮਨ ਦੇ ਅੰਦਰ ਖਿਆਲ ਜਾਗਦਿਆਂ ਰੱਖਦਾ ਹੈ, ਸਾਧ ਸੰਗਤ ਜੀ, ਉਹ ਸੌਂ ਜਾਂਦਾ ਨਾ ਜਦੋਂ ਗਾੜੀ ਨੀਂਦ, ਜਿੱਥੇ ਸੁਪਨਾ ਨਹੀਂ ਹੁੰਦਾ, ਉਦੋਂ ਘਰ ਵਾਲੀ, ਬੱਚੇ, ਬੈਂਕ ਦੀ ਮਾਇਆ ਸਭ ਚੇਤੇ ਭੁੱਲੀ ਹੁੰਦੀ ਹੈ। ਪਰਲੋਂ ਆ ਜਾਂਦੀ ਹੈ, ਦੇਹ ਵੀ ਭੁੱਲ ਜਾਂਦੀ ਹੈ। ਕੋਲੋਂ ਕੋਈ ਪੱਗ ਚੱਕ ਕੇ ਲੈ ਜੇ, ਕੋਈ ਜੁੱਤੀ ਚੁੱਕ ਕੇ ਲੈ ਜੇ, ਕੱਖ ਨਹੀਂ ਪਤਾ। ਪਰਲੋਂ ਆ ਜਾਂਦੀ ਹੈ, ਰੋਜ਼ ਪਰਲੋਂ ਆਉਂਦੀ ਹੈ। ਇਹਨੂੰ ਨਿਤ ਪਰਲੋਂ ਕਹਿੰਦੇ ਆ। ਜਦੋਂ ਥੱਕ ਜਾਂਦਾ ਸਰੀਰ, ਨੀਂਦ ਦੇ ਵਸੀਕਾਰ ਹੋ ਜਾਂਦਾ ਹੈ, ਸੁਖੋਪਤ ਅਵਸਥਾ ਵਿੱਚ ਚਲਿਆ ਗਿਆ, ਕੱਖ ਨਹੀਂ ਪਤਾ। ਗਾੜੀ ਨੀਂਦ ਵਿੱਚ ਕੁਝ ਨਹੀਂ ਪਤਾ, ਪਰ ਸੱਤਾ ਉਦੋਂ ਵੀ ਅੰਦਰ ਜਾਗਦੀ ਹੁੰਦੀ ਹੈ, ਜਿਹਦੇ ਕਰਕੇ ਉੱਠ ਪੈਂਦਾ, ਨਹੀਂ ਤਾਂ ਸੁੱਤਾ ਹੀ ਨਾ ਉੱਠੇ। ਉਹ ਅੰਦਰ ਜਿਹੜੀ ਸੱਤਾ ਇਹਨੂੰ ਤੋਰਦੀ ਫੇਰਦੀ ਹੈ ਨਾ, ਜਾਗਦਿਆਂ ਵੀ, ਉਹ ਸੁੱਤੇ ਪਿਆਂ ਵੀ ਅੰਦਰ ਜਾਗਦੀ ਹੈ, ਤਾਂ ਹੀ ਤਾਂ ਉੱਠ ਪੈਂਦਾ। ਜੋ ਇਹਨੇ ਸੰਸਾਰ ਆਪਣਾ ਰਚਿਆ ਨਾ ਖਿਆਲਾਂ ਕਰਕੇ, ਉਹ ਸਾਰਾ ਹੀ ਲੈ ਹੋ ਜਾਂਦਾ। ਜਦੋਂ ਸੌਂ ਜਾਂਦਾ ਉਦੋਂ ਖਤਮ ਹੋ ਜਾਂਦਾ ਸਾਰਾ। ਇਹਨੂੰ ਨਿਤ ਦੀ ਪਰਲੋਂ ਕਹਿੰਦੇ ਆ। ਫਿਰ ਸਾਧ ਸੰਗਤ ਜੀ, ਨਿਮਿਤ ਪਰਲੋਂ ਹੈ ਜਦੋਂ ਦੇਹ ਦਾ ਅੰਤ ਆ ਜਾਂਦਾ, ਉਦੋਂ ਤਾਂ ਫਿਰ ਪਰਲੋਂ ਹੋਣਾ ਹੀ ਹੈ ਨਾ ਸਾਰਾ ਕੁਝ। ਫਿਰ ਕੌਣ ਕਿਸੇ ਦੀ ਮਾਂ ਰਹਿੰਦੀ ਹੈ ਤੇ ਕੌਣ ਕਿਸੇ ਦਾ ਪਿਓ ਰਹਿੰਦਾ, ਕਿਹੜੀ ਕਿਸੇ ਦੀ ਘਰਵਾਲੀ ਰਹਿੰਦੀ ਹੈ ਤੇ ਕਿਹੜੇ ਕਿਸੇ ਦੀ ਧੀ ਤੇ ਪੁੱਤ ਰਹਿੰਦਾ ਹੈ। ਸਭ ਕੁਛ ਜੀਵਤ ਕੋ ਵਿਵਹਾਰ, ਜਿਉਂਦਿਆਂ ਦਾ ਹੀ ਵਿਹਾਰ ਹੈ ਨਾ। ਕਿ ਮੁਰਦੇ ਨੂੰ ਵੀ ਜਾ ਕੇ ਕੋਈ ਪੁੱਛਦਾ ਵੀ ਭੁੱਖ ਤਾਂ ਨਹੀਂ ਲੱਗੀ? ਘਰ 'ਚ ਉਦੋਂ ਸਫਾ ਵਿਛਾ ਕੇ ਸਾਰੇ ਮਾਤਮ ਛਾਇਆ ਹੁੰਦਾ, ਅਫਸੋਸ ਨੂੰ ਬਹਿੰਦੇ ਆ। ਜਿਹੜੇ ਆਉਂਦੇ ਆ ਉਹਨਾਂ ਨੂੰ ਤਾਂ ਚਾਹ ਪਾਣੀ ਅੱਗੇ ਰੱਖਦੇ ਆ, ਪਰ ਮੁਰਦੇ ਲਈ ਤਾਂ ਨਹੀਂ ਨਾ ਪ੍ਰਸ਼ਾਦਾ ਰੱਖਦੇ। ਪਰਲੋਂ ਹੋ ਗਈ ਉਦੋਂ, ਸਭ ਕੁਝ ਉਹਦੇ ਲਈ ਖਤਮ, ਸੰਸਾਰ ਸਭ ਮੁੱਕ ਗਿਆ ਉਹਦੇ ਵਾਸਤੇ। ਫਿਰ ਅਗਲੇ ਰਾਹ ਵਾਸਤੇ ਜੀਵ ਗਾਮਜਨ ਹੋ ਜਾਂਦਾ ਹੈ। ਇਹ ਹੈ ਨਿਮਿਤ ਪਰਲੋਂ। ਤੀਸਰੀ ਹੈ ਪ੍ਰਾਕਿਰਤ ਪਰਲੋਂ, ਜਦੋਂ ਤੱਤਾਂ ਦੀ ਪਰਲੋਂ ਹੁੰਦੀ ਹੈ। ਸਾਧ ਸੰਗਤ ਜੀ, ਜਦੋਂ ਬ੍ਰਹਮਾ ਦਾ ਦਿਨ ਬਤੀਤ ਹੋ ਜਾਂਦਾ ਹੈ ਨਾ, ਜਦੋਂ ਸਾਡਾ ਦਿਨ ਬਤੀਤ ਹੋ ਜੇ ਤੇ ਰਾਤ ਨੂੰ ਕੀ ਹੁੰਦੇ ਆ, ਆਪਾਂ ਕਰਦੇ ਆ, ਸੌਂ ਹੀ ਜਾਂਦੇ ਆ ਨਾ। ਜਦੋਂ ਬ੍ਰਹਮਾ ਦੀ ਰਾਤ ਪੈਂਦੀ ਹੈ ਨਾ, ਉਦੋਂ ਫਿਰ ਬ੍ਰਹਮਾ ਸੌਂ ਜਾਂਦਾ ਹੈ ਤੇ ਫਿਰ ਉਦੋਂ ਤੱਤਾਂ ਦੀ ਪਰਲੋਂ ਆ ਜਾਂਦੀ ਹੈ। ਕਈ ਵਾਰ ਇਹ ਸਾਰਾ ਸੰਸਾਰ ਅੱਗ ਦੇ ਕਰਕੇ ਭਸਮ ਹੋਇਆ, ਉਹ ਪ੍ਰਾਕਿਰਤ ਪਰਲੋਂ ਹੈ। ਕਈ ਵਾਰ ਪਾਣੀ ਕਰਕੇ ਪਰਲੋਂ ਆਈ ਹੈ। ਜਦੋਂ ਬ੍ਰਹਮਾ ਸੌਂ ਜਾਂਦਾ ਨਾ, ਉਦੋਂ ਸਭ ਕੁਝ ਖਤਮ ਹੋ ਜਾਂਦਾ ਹੈ। ਇਹਨੂੰ ਪ੍ਰਾਕਿਰਤ ਪਰਲੋਂ ਕਹਿੰਦੇ ਆ, ਤੱਤਾਂ ਦੀ ਪਰਲੋਂ ਕਹਿੰਦੇ ਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ ਕਿ 14 ਇੰਦਰ ਵਿਨਾਸ਼ ਕਾਲ, ਬ੍ਰਹਮਾ ਦਾ ਇੱਕ ਦਿਵਸ ਕਹਾਵੈ। ਬ੍ਰਹਮਾ ਦੇ ਇੱਕ ਦਿਨ ਦੇ ਅੰਦਰ ਨਾ 14 ਇੰਦਰ ਰਾਜ ਭੋਗ ਕੇ ਮਰ ਜਾਂਦੇ ਆ। ਭਾਈ ਗੁਰਦਾਸ ਜੀ ਕਹਿੰਦੇ ਆ, ਮੈਂ ਨਹੀਂ ਕੋਲੋਂ ਕਹਿੰਦਾ। 14 ਇੰਦਰ, ਤੇ ਇੰਦਰ ਦੀ ਉਮਰ ਕਿੰਨੀ ਹੈ? ਕਈ ਯੁੱਗ ਇੰਦਰ ਹੀ ਰਹਿੰਦਾ, ਇੱਕ ਇੰਦਰ ਕਈ ਯੁੱਗ ਰਹਿੰਦਾ। ਜਦੋਂ ਇਹ ਗਿਆਨ ਸੁਣਾਂਗੇ ਤੇ ਆ 90-100 ਸਾਲ ਦੀ ਕਲਯੁਗ ਵਿੱਚ ਉਮਰ ਤੇ ਕੀ ਹੰਕਾਰ ਰਹਿ ਜਾਏਗਾ। ਕਿੱਡਾ ਗਿਆਨਤਾ ਦਾ ਪੜਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਇਸ ਗੱਲ ਦੀ ਗਵਾਹੀ ਦਿੱਤੀ ਹੈ
ਕਿ ਇਸ ਸੰਸਾਰ ਦੀ ਰਚਨਾ ਜਿਹੜੀ ਹੈ ਨਾ, ਇਹਨੂੰ ਜਦੋਂ ਬ੍ਰਹਮਾ ਕਰਦਾ ਏ ਤੇ ਦਿਨ ਦੇ ਵਿੱਚ ਕਰਦਾ ਹੈ। ਜਦੋਂ ਬ੍ਰਹਮਾ ਦਾ ਇੱਕ ਦਿਨ ਬਤੀਤ ਹੁੰਦਾ, ਰਾਤ ਪੈਂਦੀ ਹੈ, ਜਦੋਂ ਬ੍ਰਹਮਾ ਜਾਂਦਾ ਸੌਂ, ਉਦੋਂ ਸਾਰੀ ਤੱਤਾਂ ਦੀ ਪਰਲੋਂ ਆ ਜਾਂਦੀ ਹੈ, ਕੋਈ ਦੇਹਾਂ ਨਹੀਂ ਰਹਿੰਦੀਆਂ। ਫਿਰ ਜਦੋਂ ਬ੍ਰਹਮਾ ਜਾਗਦਾ ਫਿਰ ਸ੍ਰਿਸ਼ਟੀ ਰਚਣ ਲੱਗ ਜਾਂਦਾ। ਤੇ ਜਿਹੜੇ ਕਹਿੰਦੇ ਆਂਡੇ ਤੋਂ ਮੁਰਗੀ ਤੇ ਮੁਰਗੀ ਤੋਂ ਆਂਡਾ, ਪੁੱਛਦੇ ਫਿਰਦੇ ਆ ਕਿਹੜੀ ਚੀਜ਼ ਪਹਿਲਾਂ। ਸਾਧ ਸੰਗਤ ਜੀ, ਉਹ ਦਿਮਾਗ ਦੇ ਬਲ ਤੇ ਹੀ ਅੜੇ ਪਏ ਆ, ਬੁੱਧੀ ਨਾਲ ਹੀ ਸੋਚ ਕੇ ਸਮਝ ਕੇ ਕੁਝ ਹੱਲ ਕੱਢਣਾ ਚਾਹੁੰਦੇ ਆ, ਪਰ ਇਹ ਤਾਂ ਬੁੱਧੀ ਤੋਂ ਪਰਾਂ ਦੀ ਹੈ, ਅਗਮ ਖੇਡ ਹੈ। ਤੱਤਾਂ ਦੀ ਜਦੋਂ ਪਰਲੋਂ ਆਉਂਦੀ ਹੈ, ਬ੍ਰਹਮਾ ਦਾ ਦਿਨ ਬਤੀਤ ਹੋ ਕੇ ਰਾਤ ਪੈਂਦੀ ਹੈ। ਜਦੋਂ ਰਾਤ ਲੰਘ ਜਾਂਦੀ ਹੈ ਫਿਰ ਬ੍ਰਹਮਾ ਦਾ ਦਿਨ ਚੜ੍ਹਦਾ ਹੈ ਤੇ ਸਾਧ ਸੰਗਤ ਜੀ ਫਿਰ ਸ੍ਰਿਸ਼ਟੀ ਨੂੰ ਉਹ ਰਚਣ ਲੱਗਦਾ ਹੈ। ਜਿਵੇਂ ਜੀਵ ਨੂੰ ਪ੍ਰਮਾਣ ਸਮਝਣਾ, ਬ੍ਰਹਮਾ ਕਿਵੇਂ ਸ੍ਰਿਸ਼ਟੀ ਨੂੰ ਰਚਣ ਲੱਗਦਾ। ਜਿਵੇਂ ਜੀਵ ਨੂੰ ਰਾਤ ਨੂੰ ਸੁਪਨਾ ਆਉਂਦਾ ਹੈ ਨਾ, ਤੇ ਸੁਪਨੇ ਵਿੱਚ ਜਦੋਂ ਸੰਸਾਰ ਰਚਦਾ ਹੈ, ਕੋਈ ਬਾਹਰੋਂ ਚੀਜ਼ ਲਿਆ ਕੇ ਫਿਰ ਰਚਣਾ ਪੈਂਦਾ ਉਹਨੂੰ। ਸੁਪਨੇ ਦਾ ਸੰਸਾਰ ਜਦੋਂ ਸੁਪਨੇ ਦਾ ਮਕਾਨ ਬਣਾਉਂਦਾ ਹੈ ਤੇ ਮਿਸਤਰੀ ਲਾਉਂਦਾ ਹੈ, ਇੱਟਾਂ ਛਟਵਾਉਂਦਾ ਹੈ, ਕੋਈ ਬਾਹਰੋਂ ਚੂਨਾ ਲਿਆਉਣਾ ਪੈਂਦਾ, ਮਿਸਤਰੀ ਲਿਆਉਣੇ ਪੈਂਦੇ ਆ ਨਾ। ਸੁਪਨੇ ਦੇ ਇੱਛਾ ਦੇ ਵਿੱਚੋਂ ਹੀ ਸਾਰਾ ਸੰਸਾਰ ਪ੍ਰਗਟ ਹੋ ਜਾਂਦਾ। ਇਸੇ ਤਰ੍ਹਾਂ ਹੀ ਬ੍ਰਹਮਾ ਨੂੰ ਇਹ ਸ਼ਕਤੀ ਨਿਰੰਕਾਰ ਨੇ ਦਿੱਤੀ ਹੈ ਕਿ ਆਪਣੀ ਇੱਛਾ ਤੋਂ ਹੀ ਫੇਰ ਬ੍ਰਹਮਾ ਸੰਸਾਰ ਰਚ ਕੇ ਤੇ ਜੀਆਂ ਨੂੰ ਕਰਮਾਂ ਦੇ ਵਿੱਚ ਬੰਨ੍ਹ ਦਿੰਦਾ। ਸਭ ਕੁਝ ਉਵੇਂ ਹੀ ਫੇਰ ਚੱਲ ਪੈਂਦਾ। ਤੇ ਕੀ ਬੁੱਧੀ ਨਾਲ ਸਮਝ ਕੇ ਮਨੁੱਖ ਹੱਲ ਕੱਢ ਲਵੇਗਾ ਕਿ ਮੈਂ ਇਸ ਸਿੱਟੇ ਤੇ ਪਹੁੰਚਿਆ ਹਾਂ। ਇਹ ਮਨ ਦੀ, ਬੁੱਧੀ ਦੀ, ਇੰਦਰੀਆਂ ਦੀ ਪਹੁੰਚ ਤੋਂ ਪਰਾਂ ਹੈ ਸਭ ਕੁਝ। ਫਿਰ ਸਾਧ ਸੰਗਤ ਜੀ, ਇਹ ਤਾਂ ਹੈ ਪ੍ਰਕਿਰਤ ਪਰਲੋਂ। ਚੌਥੀ ਹੈ ਮਹਾਪਰਲੋਂ। ਜਦੋਂ ਮਹਾਪਰਲੋਂ ਆਉਂਦੀ ਹੈ ਨਾ, ਉਦੋਂ ਬ੍ਰਹਮਾ ਦੀ, ਵਿਸ਼ਨੂੰ ਦੀ, ਸ਼ਿਵਾਂ ਦੀ ਉਮਰ ਪੂਰੀ ਹੋ ਜਾਂਦੀ। ਜੀਆਂ ਦੇ ਕਰਮ ਫਲ ਦੇਣ ਤੋਂ ਜਦੋਂ ਸ਼ਾਂਤ ਹੋ ਜਾਂਦੇ ਐ ਤੇ ਫਿਰ ਵਾਹਿਗੁਰੂ ਸਾਰੀ ਖੇਡ ਨੂੰ ਸਮੇਟ ਲੈਂਦਾ। ਉਦੋਂ ਫਿਰ ਮਹਾਰਾਜ ਕਹਿੰਦੇ, ਨਾ ਸੂਰਜ ਨਾ ਚੰਦਰਮਾ, ਅਰਬਦ ਨਰਬਦ ਧੁੰਦੂਕਾਰਾ, ਧਰਨ ਨਾ ਗਗਨ ਹੁਕਮ ਅਪਾਰਾ, ਨਾ ਦਿਨ ਰੈਨ ਨਾ ਚੰਦ ਨਾ ਸੂਰਜ, ਸੁੰਨ ਸਮਾਧ ਲਗਾਏਂਦਾ। ਉਦੋਂ ਫਿਰ ਅਫੁਰ ਸਮਾਧੀ ਵਿੱਚ ਵਾਹਿਗੁਰੂ ਨਿਰਗੁਣ ਸਰਗੁਣ ਆਪ ਪਰਮੇਸ਼ਰ ਜੋ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ, ਉਹਨਾਂ ਦੋਹਾਂ ਸਰੂਪਾਂ ਦਾ ਕਥਨ ਕਰਦੇ ਹੋਏ ਮਹਾਰਾਜ ਨੇ ਕਿਹਾ, ਜਦੋਂ ਮਹਾਪਰਲੋਂ ਆਉਂਦੀ ਹੈ ਨਾ, ਉਦੋਂ ਫਿਰ ਕੋਈ ਸ਼ਿਵ ਨਹੀਂ ਰਹਿੰਦਾ, ਕੋਈ ਵਿਸ਼ਨੂੰ ਨਹੀਂ ਰਹਿੰਦਾ, ਕੋਈ ਬ੍ਰਹਮਾ ਨਹੀਂ ਰਹਿੰਦਾ, ਕੋਈ ਸੂਰਜ ਚੰਦਰਮਾ ਅੱਗ ਹਵਾ ਪਾਣੀ ਕੁਛ ਨਹੀਂ ਹੁੰਦਾ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਹਾ, 36 ਜੁਗ ਕੀਓ ਗੁਬਾਰੈ, ਤਾੜੀ ਲਾਈ ਸਿਰਜਣਹਾਰ ਹੈ। ਸਿਰਜਣਹਾਰ ਪਰਮੇਸ਼ਰ ਨੇ ਆਪਣੇ ਆਪ ਵਿੱਚ ਫਿਰ ਸਮਾਧੀ ਲਾ ਲੈਂਦਾ। ਉਹ ਅਫੁਰ ਸਮਾਧੀ ਵਿੱਚ ਚਲਿਆ ਜਾਂਦਾ ਹੈ, ਆਪਣੇ ਆਪ ਵਿੱਚ ਆਪਣੀ ਜੋਤ ਦੇ ਅੰਦਰ ਇੱਕ ਮਿਕ ਹੋ ਜਾਂਦਾ। ਸਾਰੀ ਖੇਡ ਸਮਾਪਤ ਹੋ ਜਾਂਦੀ। ਤੱਤ ਵੀ ਨਹੀਂ ਹੁੰਦੇ, ਇਹਨੂੰ ਕਹਿੰਦੇ ਆ ਮਹਾਪਰਲੋਂ। ਸੂਖਸ਼ਮ ਤੱਤ ਵੀ ਨਹੀਂ ਰਹਿੰਦੇ, ਦੇਹਾਂ ਦੇ ਆਕਾਰ ਨਹੀਂ ਰਹਿੰਦੇ। ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਮਹਾਪਰਲੋਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਥਨ ਕੀਤੀ। ਮਹਾਪਰਲੋਂ ਆ ਜਾਂਦੀ ਹੈ। ਤੇ ਫਿਰ ਸਾਧ ਸੰਗਤ ਜੀ, ਉਸ ਤਰ੍ਹਾਂ ਤਾਂ ਵਿਦਵਾਨਾਂ ਨੇ 4 ਪਰਲੋਂ ਹੀ ਮੰਨੀਆਂ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਰਾਜ ਨੇ ਇਹ ਗਿਆਨ ਪਰਲੋਂ ਵੀ ਕਥਨ ਕੀਤੀ ਹੈ। ਇਹ ਵੀ ਪਰਲੋਂ ਹੈ। ਗਿਆਨ ਪਰਲੋਂ ਕੀ ਹੁੰਦੀ ਹੈ? ਜਦੋਂ ਬ੍ਰਹਮ ਗਿਆਨ ਦੇ ਵਿੱਚ ਬਿਰਤੀ ਅਰੂੜ ਹੁੰਦੀ ਹੈ ਨਾ, ਉਦੋਂ ਸਾਧ ਸੰਗਤ ਜੀ ਅਗਿਆਨ ਕਾਲ ਦਾ ਸਾਰਾ ਸੰਸਾਰ ਲੈ ਹੋ ਜਾਂਦਾ ਹੈ, ਸਮਾਪਤ ਹੋ ਜਾਂਦਾ ਹੈ। ਅਸੀਂ ਆਪਣੇ ਨਾਲ ਵਰਤੀਆਂ ਕਈ ਗੱਲਾਂ ਵੇਖੀਆਂ, ਕਿਉਂਕਿ ਮਹਾਂਪੁਰਖਾਂ ਦੀ ਸੰਗਤ ਕਰਨੇ ਕਰਕੇ ਇਹੋ ਜਿਹੀਆਂ ਚੀਜ਼ਾਂ ਸਾਧ ਸੰਗਤ ਜੀ
ਜਦੋਂ ਗਿਆਨ ਪਰਲੋ ਆਉਂਦੀ ਹੈ ਨਾ, ਉਦੋਂ ਧੀਆਂ ਪੁੱਤਾਂ ਦੀ ਵੀ ਪਛਾਣ ਨਹੀਂ ਰਹਿੰਦੀ। ਤੁਸੀਂ ਕਹੋਗੇ ਕਿ ਇਹ ਕਿਵੇਂ ਹੋ ਸਕਦਾ? ਗਿਆਨ ਪਰਲੋਂ ਹੀ ਹੈ ਕਿ ਉਹਦਾ ਕੋਈ ਮਾਂ ਪਿਓ ਨਹੀਂ, ਉਹਦੀ ਕੋਈ ਧੀ ਨਹੀਂ, ਕੋਈ ਪੁੱਤ ਨਹੀਂ, ਉਹਦੇ ਵਾਸਤੇ ਸਭ ਕੁਝ ਨਿਰੰਕਾਰ ਦਾ ਸਰੂਪ ਹੈ। ਜਥੇ ਦੇ ਸਿੰਘ ਸੀਗੇ ਬਜ਼ੁਰਗ, ਉਹਨਾਂ ਨੂੰ ਬਾਬਾ ਮਟੌਰ ਜੀ ਕਹਿੰਦੇ ਹੁੰਦੇ ਸੀ, ਤੇ ਤਕਰੀਬਨ ਉਹਨਾਂ ਦਾ ਵੱਖਰੇ ਵੱਖਰੇ ਸ਼ਬਦਾਂ ਦਾ ਰੋਜ਼ 90 ਸ਼ਬਦਾਂ ਦਾ ਉਹ ਰੋਜ਼ ਨਿਤਨੇਮ ਕਰਦੇ ਸੀ, ਵੱਖਰੇ ਵੱਖਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦਾ। ਹੋਰ ਨਿਤਨੇਮ ਕਿੰਨਾ ਕੁ ਕਰਦੇ ਸੀ ਇਹ ਤਾਂ ਮਹਾਰਾਜ ਜੀ ਜਾਣਦੇ। ਸਿਹਤ ਉਹਨਾਂ ਦੀ ਕੁਝ ਢਿੱਲੀ ਹੋਣ ਕਰਕੇ ਬਰਿਆਰ ਨਗਰ ਹੈ, ਉੱਥੇ ਉਹਨਾਂ ਨੂੰ ਭਾਈ ਚਮਕੌਰ ਸਿੰਘ ਜੀ ਗੁਰਮੁਖ ਪਿਆਰੇ, ਸੰਤ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਜੋ ਹੋਏ ਆ ਮਹਾਂਪੁਰਖ, ਉਹਨਾਂ ਦੇ ਸਪੁੱਤਰ ਨੇ ਭਾਈ ਚਮਕੌਰ ਸਿੰਘ ਜੀ, ਉਹ ਲੈ ਗਏ ਸੀ। ਤੇ ਇਹ ਭਾਈ ਚਮਕੌਰ ਸਿੰਘ ਜੀ ਨੇ ਬਚਨ ਸੁਣਾਇਆ, ਕਹਿੰਦੇ ਕਿ ਉਹਨਾਂ ਦਾ ਵੱਡਾ ਪੁੱਤਰ ਮਿਲਣ ਵਾਸਤੇ ਆਇਆ। ਜਦੋਂ ਮਿਲਣ ਵਾਸਤੇ ਆਇਆ ਤੇ ਫਤਿਹ ਬੁਲਾਈ ਆ ਕਰਕੇ, ਤੇ ਜਿਵੇਂ ਕੋਈ ਹੋਰ ਆਉਂਦੇ ਆ ਫਤਿਹ ਬੁਲਾ ਕੇ ਉਹਨਾਂ ਨੇ ਕਹਿਣਾ ਫਤਿਹ ਬੁਲਾ ਕੇ ਅੱਗੋਂ ਤੇ ਜਲ ਪਾਣੀ ਛਕਾਓ, ਉਹਨੂੰ ਵੀ ਉਵੇਂ ਹੀ ਕਹਿਤਾ। ਤੇ ਭਾਈ ਚਮਕੌਰ ਸਿੰਘ ਜੀ ਕਹਿੰਦੇ ਮੈਂ ਕਿਹਾ ਕਿ ਮਹਾਰਾਜ ਤੁਹਾਡਾ ਵੱਡਾ ਪੁੱਤਰ ਹੈ, ਚੰਗੀ ਤਰ੍ਹਾਂ ਉਹਦੇ ਚਿਹਰੇ ਵੱਲ ਵੇਖ ਕੇ ਫਿਰ ਨੀਵੀਂ ਪਾ ਲਈ। ਕਹਿੰਦੇ ਅੱਛਾ, ਆਪਣੇ ਪੁੱਤਰ ਨੂੰ ਨਹੀਂ ਪਛਾਣ ਰਹੇ। ਤੇ ਦੇਹ ਨਾਲ ਅਸੀਂ ਜਦੋਂ ਜੁੜੇ ਹੁੰਨੇ ਆ, ਇਹ ਕੇਵਲ ਪ੍ਰਮਾਣ ਦਿੱਤਾ ਹੈ, ਜਦੋਂ ਆਪਾਂ ਦੇਹ ਨਾਲ ਜੁੜੇ ਹੁੰਨੇ ਆ, ਮਰਨ ਤੱਕ ਵੀ ਜਦੋਂ ਅੱਖਾਂ ਦੀ ਜੋਤ ਚਲੀ ਜਾਂਦੀ ਹੈ, ਪੁੱਤਰ ਦੀ ਤਾਂ ਗੱਲ ਛੱਡੋ, ਪੋਤੇ ਪੜਪੋਤੀਆਂ, ਇਹ ਕਿਹਦੀ ਅੱਗੋਂ ਧੀ ਹੈ ਪੁੱਛਦੇ ਨੇ, ਫਲਾਨੇ ਦੀ ਹੈ, ਉਹਦੀ ਹੈ। ਅੱਛਾ, ਮੈਨੂੰ ਦੱਸਿਆ ਨਹੀਂ। ਭਾਵ ਪੋਤੇ ਪੋਤੀਆਂ ਨੂੰ ਵੀ ਚੇਤੇ ਰੱਖਦੇ ਆ। ਕਿੱਥੇ ਅੜਿਆ ਹੋਇਆ ਮਨ, ਸੁਰਤ ਕਿੱਥੇ ਅੜੀ ਹੋਈ ਹੈ। ਜਿਨ੍ਹਾਂ ਨੇ ਭਜਨ ਕੀਤਾ ਨਾ, ਉਹਨਾਂ ਲਈ ਗਿਆਨ ਦੀ ਪਰਲੋਂ ਇਹੋ ਜਿਹੀ ਆਉਂਦੀ ਹੈ, ਜਦੋਂ ਦੇਹ ਹੀ ਛੁੱਟ ਜਾਂਦੀ ਹੈ, ਦੇਹ ਦਾ ਅਧਿਆਸ ਹੀ ਛੁੱਟ ਜਾਂਦਾ ਹੈ ਜਿਉਂਦਿਆਂ ਜੀ, ਤੇ ਫਿਰ ਦੱਸੋ ਕੌਣ ਧੀ ਤੇ ਕੌਣ ਪੁੱਤ ਤੇ ਕੌਣ ਘਰ ਵਾਲੀ, ਕੌਣ ਮਾਂ ਪਿਓ, ਕੁਛ ਵੀ ਨਹੀਂ ਉਹਨਾਂ ਲਈ। ਇਹ ਏਡਾ ਵੱਡਾ ਸੁੱਖ ਹੈ ਕਿ ਉਹਨੂੰ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾਂਦਾ। ਗਿਆਨ ਪਰਲੋਂ ਜਦੋਂ ਆਉਂਦੀ ਆ, ਗਿਆਨ ਕਾਲ ਦਾ ਅਗਿਆਨ ਕਾਲ ਦਾ ਸਾਰਾ ਹੀ ਜਿਹੜਾ ਸੰਸਾਰ ਹੈ ਉਹ ਸਭ ਸਮਾਪਤ ਹੋ ਜਾਂਦਾ। ਸਭ ਮਾਇਆ ਦਾ ਮੋਹ, ਪਦਾਰਥਾਂ ਦੀ ਖਿੱਚ, ਸਰੀਰ ਦੇ ਰਸ ਸਭ ਲੈਵ ਹੋ ਜਾਂਦੇ। ਉਹਨੂੰ ਕਹਿੰਦੇ ਆ ਗਿਆਨ ਪਰਲੋਂ। ਇਹ 5 ਪਰਲੋਂ ਸਤਿਗੁਰੂ ਜੀ ਨੇ ਇਸ ਅਸ਼ਟਪਦੀ ਦੇ ਅੰਦਰ ਕਥਨ ਕੀਤੀਆਂ ਨੇ। ਤਾਂ ਹਜ਼ੂਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਇਹ ਪਰਲੋਂ ਸਾਧ ਸੰਗਤ ਜੀ ਜਦੋਂ ਅਸੀਂ ਸਮਝਦੇ ਆ ਨਾ, ਅਸਲ 'ਚ ਸਮਝਣ ਸਮਝਾਉਣ ਵਾਲੀ ਇਹ ਗੱਲ ਹੈ ਨਹੀਂ ਗੀ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਐਡਾ ਮਹਾਨ ਪਵਿੱਤਰ ਉਪਦੇਸ਼ ਹਜ਼ੂਰ ਨੇ ਇੰਨੇ ਸੌਖੇ ਢੰਗ ਨਾਲ ਬਖਸ਼ਿਸ਼ ਕੀਤਾ ਹੈ, ਜਿਹਨੂੰ ਸਾਧ ਸੰਗਤ ਜੀ ਪ੍ਰਾਪਤ ਕਰਨਾ ਬੜਾ ਦੁਸਤਰ ਹੈ, ਬੜਾ ਕਠਿਨ ਹੈ। ਪਰ ਮਹਾਰਾਜ ਜੀ ਨੇ ਬਹੁਤ ਹੀ ਸੁਖੈਨ ਢੰਗ ਨਾਲ ਸਾਡੇ ਤਾਈਂ ਇਹ ਸਾਰੀਆਂ ਪਰਲੋ ਜਿਹੜੀਆਂ ਹਨ ਮਹਾਰਾਜ ਨੇ ਸਮਝਾਈਆਂ, ਇਸ ਅਸ਼ਟਪਦੀ ਦੇ ਅੰਦਰ ਬਖਸ਼ਿਸ਼ ਕੀਤੀ ਹੈ। ਮਹਾਂਪੁਰਖ ਦੇ ਨੇੜੇ ਜਿਹੜਾ ਨਾਮ ਰਸੀ ਹੈ, ਇਸ ਅਸ਼ਟਪਦੀ ਦਾ ਪਾਠ ਕਰਨ ਦੀ ਆਗਿਆ। ਚੜ੍ਹਾਈ ਕਰ ਜਾਵੇ ਤੇ ਵਿੱਚੋਂ ਪਾਠ ਛੱਡਣਾ ਨਹੀਂ ਚਾਹੀਦਾ, ਪੂਰਾ ਕਰਨਾ ਚਾਹੀਦਾ। ਦੂਸਰੀ ਅਸ਼ਟਪਦੀ ਜਿਹੜੀ ਹੈ, ਕੋਈ ਸੰਸਾਰੀ ਪੁਰਖ ਹੋਵੇ ਤੇ ਉਹਨੂੰ ਨਾਮ ਚੇਤੇ ਆਵੇ ਅੰਤ ਵੇਲੇ, ਨਾਮ ਸਹਾਇਤਾ ਕਰਦਾ। ਇਸ ਕਰਕੇ ਦੂਸਰੀ ਅਸ਼ਟਪਦੀ ਦੀ ਉਸ ਸਮੇਂ ਜਾਪ ਕਰਨ ਦੀ ਆਗਿਆ ਹੈ। ਤੋ ਹਜ਼ੂਰ ਫਰਮਾਉਂਦੇ ਹਨ, ਸਰਗੁਣ ਨਿਰਗੁਣ ਨਿਰੰਕਾਰ। ਸਰਗੁਣ ਮਾਇਆ ਸਬਲ ਹੋਣੇ ਕਰਕੇ ਸਰਗੁਣ ਕਿਹਾ ਹੈ। ਜਿਹੋ ਜੀ ਸਾਡੀ ਭਾਵਨਾ ਹੈ, ਜਿਹੜਾ ਮੈਂ ਪਹਿਲਾਂ ਬੇਨਤੀ ਕੀਤੀ ਸੀ। ਤੇ ਸਾਧ ਸੰਗਤ ਜੀ, ਨਿਰਗੁਣ ਮਾਇਆ ਦੇ 3 ਗੁਣਾਂ ਤੋਂ ਅਤੀਤ ਹੋਣ ਕਰਕੇ ਨਿਰਗੁਣ ਹੈ। ਤੇ ਨਿਰੰਕਾਰ ਮਾਇਕੀ ਆਕਾਰਾਂ ਤੋਂ ਰਹਿਤ ਹੈ। ਆਕਾਰ ਨਹੀਂ ਉਹਦਾ ਕੋਈ ਕਥਨ ਕੀਤਾ ਜਾ ਸਕਦਾ। ਮਾਇਆ ਦੇ 3 ਗੁਣਾਂ ਤੋਂ ਅਤੀਤ ਹੋਣ ਕਰਕੇ ਨਿਰਗੁਣ ਹੈ, ਮਾਇਆ ਸਬਲੇ ਹੋਣ ਕਰਕੇ ਸਰਗੁਣ ਹੈ। ਇਹ ਜਿੰਨਾ ਸੰਸਾਰ ਹੈ ਨਾ,
ਇਹ ਵਾਹਿਗੁਰੂ ਦਾ ਸਰਗੁਣ ਰੂਪ ਹੈ। ਤੇ ਜਿਹੜਾ ਨਿਰਗੁਣ ਸਰੂਪ ਸਾਨੂੰ ਅੱਖਾਂ ਨਾਲ ਦਿਸਦਾ ਨਹੀਂ, ਮਹਾਰਾਜ ਉਹ ਸਾਨੂੰ ਥੋੜਾ ਮਹਿਸੂਸ ਤਾਂ ਕਰਾਓ। ਤਾਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ, ਪੋਹਪ ਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਉਹ ਤੇਰੇ ਅੰਦਰ ਵਸ ਰਿਹਾ, ਤੈਨੂੰ ਇਹਨਾਂ ਅੱਖਾਂ ਨਾਲ ਨਹੀਂ ਦਿਸਣਾ। ਨਿਰਗੁਣ ਹੈ ਨਾ, ਨਿਰੰਕਾਰ ਭਾਵ ਨਿਰਆਕਾਰ, ਉਹਦਾ ਕੋਈ ਆਕਾਰ ਨਹੀਂ ਕਥਨ ਕੀਤਾ ਜਾ ਸਕਦਾ। ਪਦਾਰਥਾਂ ਵਰਗਾ ਨਹੀਂ ਹੈ, ਤੱਤਾਂ ਵਰਗਾ ਨਹੀਂ ਹੈ, ਮਾਇਕੀ ਆਕਾਰਾਂ ਤੋਂ ਰਹਿਤ ਹੈ। ਫਿਰ ਸੁਣ ਕੇ ਕਹਿੰਦੇ ਹੋਣਾ ਨਹੀਂ, ਮਹਾਰਾਜ ਕਹਿੰਦੇ ਉਹ ਤਾਂ ਚੱਲ ਮੂਰਤ ਵੈ, ਹਸਤੀ ਦੇ ਸਹਿਤ ਵੈ, ਉਹ ਤਾਂ ਸਦਾ ਰਹਿਣ ਵਾਲਾ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ, ਖੁਸ਼ਬੂ ਹੀ ਖੁਸ਼ਬੂ ਹੈ, ਆਨੰਦ ਹੀ ਆਨੰਦ ਹੈ, ਸੁੱਖ ਹੀ ਸੁੱਖ ਹੈ, ਵਿਸਮਾਦ ਹੀ ਵਿਸਮਾਦ ਹੈ। ਜੇ ਗੁਰੂ ਜੀ ਦੀ ਸੁਰਤ ਲੱਗ ਜਾਂਦੀ ਹੈ ਤੇ ਮਹਾਰਾਜ ਕਹਿੰਦੇ ਆ, ਤੂੰ ਹੀ 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 ਤੂੰ ਹੀ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਵਾਸਤਵ ਸਰੂਪ ਵਿੱਚ ਲੈ ਹੋ ਜਾਂਦੇ ਆ, ਨਿਰਵਿਕਲਪ ਸਮਾਧੀ ਵਿੱਚ ਚਲੇ ਜਾਂਦੇ ਆ। ਨਿਰਗੁਣ ਤੇ ਸਰਗੁਣ ਦੀ ਸਮੇਲਤਾ ਮਹਾਰਾਜ ਇੱਥੇ ਦਿਖਾ ਰਹੇ ਹੈ। ਨਿਰਗੁਣ ਆਪ, ਸਰਗੁਣ ਪੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਮਹਾਰਾਜ ਕਹਿੰਦੇ ਸਰਗੁਣ ਰੂਪ ਵੀ ਆਪ ਹੀ ਹੈ, ਇਹ ਸਾਰਾ ਸੰਸਾਰ ਉਹਦਾ ਹੀ ਰੂਪ ਹੈ, ਤੇ ਨਿਰਗੁਣ ਸਰੂਪ ਆਪਣੇ ਆਪ ਵਿੱਚ ਆਪ ਹੈ, ਉਹਨੂੰ ਕਿਸੇ ਨੇ ਨਹੀਂ ਬਣਾਇਆ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਉਹ ਸਰਗੁਣ ਨਿਰਗੁਣ ਨਿਰੰਕਾਰ, ਜਿਹੜਾ ਮਾਇਆ ਸਬਲ ਜਿਹੜਾ ਸਰੂਪ ਹੈ ਸਰਗੁਣ ਸਰੂਪ, ਤੇ ਤੱਤਾਂ ਤੋਂ ਰਹਿਤ, ਮਾਇਕੀ ਆਕਾਰਾਂ ਤੋਂ ਰਹਿਤ ਹੈ, ਤੇ ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ ਹੈ। ਮਹਾਰਾਜ ਕਹਿੰਦੇ ਨਿਰਗੁਣ ਸਰੂਪ ਉਹ ਆਪ ਜੋ ਪਰਮੇਸ਼ਰ ਹੈ। ਸੁਨ ਸਮਾਧੀ ਆਪ। ਮਹਾਰਾਜ ਫਰਮਾਉਂਦੇ ਆ, ਜਦੋਂ ਆਪਣੇ ਆਪ ਵਿੱਚ ਅਫੁਰ ਸਮਾਧੀ ਵਿੱਚ ਸੀਗਾ ਵਾਹਿਗੁਰੂ, ਆਪਣੇ ਆਪ ਵਿੱਚ ਉਹਨੇ ਸਮਾਧੀ ਲਾ ਲਈ ਸੀ, ਸੁੰਨ ਅਵਸਥਾ, ਜਿਹਦੀ ਬਾਬਤ ਮਹਾਰਾਜ ਜੀ ਨੇ ਕਿਹਾ, ਅੰਤਰ ਸੁੰਨੰ ਬਾਹਰ ਸੁੰਨੰ, ਤ੍ਰਿਭਵਨ ਸੁੰਨ ਮਸੁੰਨੰ, ਚੌਥਾ ਸੁੰਨ ਜੋ ਨਾ ਜਾਣੈ, ਤਾ ਕੋ ਪਾਪ ਨਾ ਪੁੰਨੰ, ਇਹ ਗਿਆਨ ਪਰਲੋ ਹੈ। ਜਿਹੜਾ ਸੁੰਨ ਅਵਸਥਾ ਵਿੱਚ ਚਲੇ ਜਾਣਾ, ਸ਼ੂਨਯ ਸੁੰਨ ਅਵਸਥਾ, ਉੱਥੇ ਕੁਛ ਨਹੀਂ, ਦੇਹਾਂ ਦੇ ਆਕਾਰ ਨਹੀਂ, ਫੁਰਨੇ ਨਹੀਂ। ਇਹ ਮਹਾਰਾਜ ਅਸ਼ਟਪਦੀ ਵਿੱਚ ਵਰਣਨ ਕਰਨਗੇ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਜਦੋਂ ਭਾਈ ਵਾਹਿਗੁਰੂ ਆਪ ਜਦੋਂ 36 ਯੁੱਗ ਗੁਬਾਰ ਕਰ ਦਿੱਤਾ ਸੀਗਾ, ਨਾ ਬ੍ਰਹਮਾ ਸੀ, ਨਾ ਸ਼ਿਵ ਜੀ ਨਹੀਂ ਸੀ, ਨਾ ਵਿਸ਼ਨੂੰ ਸੀ, ਤਾੜੀ ਲਾ ਲਈ ਸੀ ਸਿਰਜਣਹਾਰ ਪਰਮੇਸ਼ਰ ਨੇ, ਤਾਂ ਮਹਾਰਾਜ ਨੇ ਉਦੋਂ ਦਾ ਹੀ ਇਹ ਜ਼ਿਕਰ ਮਾਰੂ ਸੋਹਲਿਆਂ ਦੀ ਬਾਣੀ ਅੰਦਰ ਮਹਾਰਾਜ ਕੀਤਾ ਕਿ ਅਰਬਦ ਨਰਬਦ ਧੁੰਦੂਕਾਰਾ। ਮਹਾਰਾਜ ਕਹਿੰਦੇ ਜਿਨ੍ਹਾਂ ਦੀ ਗਿਣਤੀ ਨਹੀਂ ਸੀ ਕੀਤੀ ਜਾ ਸਕਦੀ, 36 ਯੁੱਗ ਤਾਂ ਕਹੇ ਆ ਭਾਵੇਂ, ਪਰ ਮਹਾਰਾਜ ਕਹਿੰਦੇ ਉਦੋਂ ਧੁੰਦੂਕਾਰ ਹੀ ਪੈ ਗਿਆ ਸੀਗਾ। ਧਰਨ ਨਾ ਗਗਨਾ ਹੁਕਮ ਅਪਾਰਾ, ਐਸਾ ਪਾਰਾਵਾਰ ਤੋਂ ਰਹਿਤ ਹੁਕਮ ਚੱਲਿਆ, ਨਾ ਧਰਤੀ ਰਹੀ ਨਾ ਗਗਨ ਆਕਾਸ਼ ਸੀਗਾ, ਨਾ ਦਿਨ ਰੈਣ ਚੰਦ ਨਾ ਸੂਰਜ, ਸੁੰਨ ਸਮਾਧ ਲਗਾਏਂਦਾ, ਨਾ ਦਿਨ ਸੀ ਨਾ ਰਾਤ ਸੀ, ਨਾ ਚੰਦਰਮਾ ਸੀ ਨਾ ਸੂਰਜ ਸੀ, ਅਫੁਰ ਸਮਾਧੀ ਵਿੱਚ ਵਾਹਿਗੁਰੂ ਆਪਣੇ ਆਪ ਵਿੱਚ ਆਪ ਹੀ ਸੀ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਅਗਲੀ ਪੰਕਤੀ ਵਿੱਚ, ਆਪਨ ਕੀਆ ਨਾਨਕਾ। ਹਜੂਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ, ਗੁਰਸਿੱਖੋ ਆਪਣਾ ਕੀਤਾ ਹੋਇਆ ਜੋ ਇਹ ਪਰਮੇਸ਼ਰ ਦਾ ਸੰਸਾਰ ਹੈ, ਆਪੇ ਹੀ ਫਿਰ ਜਾਪ। ਇਹ ਸੰਸਾਰ ਨਹੀਂ ਹੈ, ਇਹ ਪਰਮੇਸ਼ਰ ਹੀ ਹੈ। ਆਪਣੇ ਜਾਪ ਨੂੰ ਆਪੇ ਹੀ ਜਪ ਰਿਹਾ, ਆਪਣੇ ਜਾਪ ਨੂੰ ਆਪ ਹੀ ਜਪ ਰਿਹਾ। ਤਾਂ ਸਾਧ ਸੰਗਤ ਜੀ ਇੱਥੇ ਕੌਣ ਠਾਕੁਰ ਤੇ ਕੌਣ ਚੇਲਾ? ਸੱਚੇ ਪਾਤਸ਼ਾਹ ਕਹਿੰਦੇ ਆਪਨ ਕੀਆ ਨਾਨਕਾ। ਹਜੂਰ ਗੁਰੂ ਅਰਜਨ ਸਾਹਿਬ ਕਹਿੰਦੇ ਆਪਣਾ ਕੀਆ ਕੀਤਾ ਹੋਇਆ ਸੰਸਾਰ। ਵਾਹਿਗੁਰੂ ਜੀ ਜਦੋਂ ਸੰਸਾਰ ਨੂੰ ਪੈਦਾ ਕਰਦੇ ਆ ਤਾਂ ਸਾਧ ਸੰਗਤ ਜੀ ਛਿਨ ਮਾਤਰ ਸਮੇਂ ਵਿੱਚ ਸੰਸਾਰ ਦੀ ਰਚਨਾ ਕਰ ਦਿੰਦੇ ਆ। ਜਦੋਂ ਮਦਾਰੀ ਖੇਲ ਦਿਖਾਉਂਦਾ ਨਾ, ਤੇ ਖੇਲ ਦਿਖਾ ਕੇ ਸਾਰਾ ਕੁਝ ਹੀ ਆਪਣੀ ਉਹ ਜਿਹੜੀ ਝੋਲੀ ਹੁੰਦੀ ਉਹਦੇ ਚ ਪਾ ਲੈਂਦਾ, ਸਾਰਾ ਕੁਝ ਹੀ ਸਮੇਟ ਲੈਂਦਾ, ਤੇ ਉਦੋਂ
ਕੁਝ ਵੀ ਖੇਲ ਬਾਹਰ ਨਹੀਂ ਹੁੰਦੀ। ਜਦੋਂ ਵਾਹਿਗੁਰੂ ਜੀ ਸੰਸਾਰ ਨੂੰ ਸਮੇਟਦੇ ਆ, ਸਾਰਾ ਕੁਝ ਇਕੱਠਾ ਕਰਕੇ ਆਪਣੀ ਇੱਛਾ ਰੂਪੀ ਝੋਲੀ ਚ ਪਾ ਲੈਂਦੇ ਆ, ਕੁਛ ਨਹੀਂ ਹੁੰਦਾ। ਫਿਰ ਉਦੋਂ ਸਾਰਾ ਕੁਝ ਹੀ ਸਮੇਟ ਲੈਂਦੇ ਆ, ਤੇ ਜਦੋਂ ਰਚਦੇ ਆ ਇੱਛਾ ਰੂਪੀ ਝੋਲੀ ਚੋਂ ਕੱਢ ਕੇ ਫਿਰ ਸੰਸਾਰ ਰਚ ਦਿੰਦੇ ਆ। ਇਸੇ ਕਰਕੇ ਮਹਾਰਾਜ ਕਿਹਾ ਖਿਨ ਮਹਿ ਅਵਰ ਖਿਨੈ ਮਹਿ ਅਵਰਾ ਅਚਰਜ ਚਲਤ ਤੁਮਾਰੇ। ਹੇ ਵਾਹਿਗੁਰੂ ਤੇਰੇ ਚਲਤ ਕੌਤਕ ਅਸਚਰਜ ਨੇ, ਬੁੱਧੀ ਕਰਕੇ ਨਹੀਂ ਸਮਝਿਆ ਜਾ ਸਕਦਾ। ਇਹ ਸਮਝਣ ਤੋਂ ਪਰੇ ਦੀ ਅਗਮ ਕਥਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਆਪਣਾ ਕੀਆ ਨਾਨਕਾ ਆਪੇ ਹੀ ਫਿਰ ਜਾਪ, ਆਪ ਹੀ ਆਪਣੇ ਸੰਸਾਰ ਨੂੰ ਜਾਪ ਜਾਣਦਾ ਹੈ, ਜੀਆਂ ਦੇ ਕਰਮਾਂ ਨੂੰ ਬੁੱਝਦਾ ਹੈ, ਸਮਝਦਾ ਹੈ, ਅੰਤਰਜਾਮੀ ਹੈ। ਸਤਿਗੁਰੂ ਜੀ ਕਹਿੰਦੇ ਭਾਈ ਆਪਣਾ ਕੀਤਾ ਹੋਇਆ ਸੰਸਾਰ ਆਪ ਹੀ ਵਾਹਿਗੁਰੂ ਆਪਣੇ ਆਪ ਨੂੰ ਜਪ ਰਿਹਾ ਹੈ, ਕੋਈ ਹੋਰ ਜਪਣ ਵਾਲਾ ਨਹੀਂ ਹੈ। ਆਪਣੇ ਜਾਪ ਨੂੰ ਆਪ ਜਪ ਰਿਹਾ ਹੈ ਪਰਮੇਸ਼ਰ। ਅਸ਼ਟਪਦੀ ਮਹਾਰਾਜ 8 ਪਦਿਆਂ ਵਾਲੀ ਹੁਣ ਇਹ ਪਵਿੱਤਰ ਅਸ਼ਟਪਦੀ ਮਹਾਰਾਜ ਉਚਾਰਨ ਕਰਦੇ ਆ ਗਰੀਬ ਨਵਾਜ। ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ। ਅਗਲੀ ਪੰਕਤੀ ਪੜੋ। ਪਾਪ ਪੁੰਨ ਤਬ ਕਹਤੇ ਹੋਤਾ। ਸਿੱਖ ਸ਼ਲੋਕ ਸੁਣ ਕੇ ਕਹਿੰਦੇ ਮਹਾਰਾਜ ਪਾਪ ਪੁੰਨ ਤਾਂ ਹੋਣੇ ਆ ਉਦੋਂ, ਜਦੋਂ ਦੀ ਇਹ ਅਵਸਥਾ ਮਹਾਰਾਜ ਤੁਸੀਂ ਦੱਸ ਰਹੇ ਹੋ ਪਰਲੋ ਦੀ, ਪਾਪ ਪੁੰਨ ਹੋਣਗੇ ਉਦੋਂ। ਤਾਂ ਮਹਾਰਾਜ ਫਰਮਾਉਂਦੇ ਆ ਗੁਰਸਿੱਖੋ ਸੁਣੋ ਫਿਰ ਪਹਿਲੀ ਪੰਕਤੀ ਪੜੋ। ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ। ਮਹਾਰਾਜ ਕਹਿੰਦੇ ਜਦੋਂ ਇਹ ਆਕਾਰ ਕੁਝ ਵੀ ਨਹੀਂ ਸੀ ਦਿਸਣ ਵਿੱਚ, ਸੂਰਜ ਚੰਦਰਮਾ ਹਵਾ ਪਾਣੀ ਅੱਗ ਤੱਤ ਹੈ ਹੀ ਨਹੀਂ ਸੀਗੇ। ਦੇਹਾਂ ਕਿੱਥੋਂ ਬਣੀਆਂ ਨੇ? ਤੱਤਾਂ ਦੇ ਸਮੇਲ ਤੋਂ ਦੇਹ ਹੈ ਨਾ। ਤੇ ਜਦੋਂ ਦੇਹਾਂ ਹੈ ਹੀ ਨਹੀਂ ਗਈ ਸੀਗੀਆਂ, ਅੱਖਾਂ ਦੇ ਵੇਖਣ ਵਿੱਚ ਕੋਈ ਵੀ ਆਕਾਰ ਨਹੀਂ ਸੀਗਾ, ਧਰਨ ਨਾ ਗਗਨਾ, ਨਾ ਧਰਤੀ ਹੈ ਨਾ ਆਕਾਸ਼ ਹੈ। ਜਦੋਂ ਆਕਾਸ਼ ਹੀ ਹੈ ਨਹੀਂ, ਆ ਜੋ ਚਾਰੇ ਚੰਦਰਮਾ ਦਿਖਾਈ ਦਿੰਦੇ ਕੁਛ ਵੀ ਨਹੀਂ ਸੀਗਾ ਹੀ ਨਹੀਂ। ਤਾਂ ਮਹਾਰਾਜ ਕਹਿੰਦੇ ਜਦੋਂ ਦਿਖਾਈ ਨਹੀਂ ਸੀ ਕੋਈ ਆਕਾਰ ਅੱਖਾਂ ਨਾਲ ਭਾਈ ਦਿੰਦਾ। ਪਾਪ ਪੁੰਨ ਤਬ ਕਹਤੇ ਹੋਤਾ। ਤੇ ਉਦੋਂ ਮਹਾਰਾਜ ਕਹਿੰਦੇ ਭਾਈ ਪਾਪ ਤੇ ਪੁੰਨ ਦੱਸੋ ਕਿਹਦੇ ਤੋਂ ਹੋਣਾ ਸੀ? ਦੇਹਾਂ ਹੁੰਦੀਆਂ ਤੇ ਕਿਸੇ ਨੇ ਭਾਈ ਪਾਪ ਕਰਨਾ ਸੀ ਨਾ, ਤੇ ਪਾਪ ਕਰਕੇ ਉਹਨਾਂ ਨਰਕਾਂ 'ਚ ਡਿੱਗਣਾ ਸੀ। ਜਦੋਂ ਨਰਕੀ ਹੈ ਨਹੀਂ ਸੀ ਤੇ ਫਿਰ ਮਹਾਰਾਜ ਕਹਿੰਦੇ ਪਾਪ ਵੀ ਹੈ ਨਹੀਂ, ਤੇ ਉਦੋਂ ਤਾਂ ਆਕਾਰ ਹੀ ਹੈ ਨਹੀਂ ਕੋਈ। ਦੱਸੋ ਪਾਪ ਕਰਨ ਵਾਲਾ ਕੌਣ ਹੋਊਗਾ ਜਦੋਂ ਪਾਪ ਹੀ ਹੈ ਨਹੀਂ? ਤਾਂ ਫਿਰ ਮਹਾਰਾਜ ਕਹਿੰਦੇ ਭਾਈ ਸਕਾਮ ਕਰਮ ਵੀ ਕਿਨ ਕਰਨੇ ਸੀ ਪੁੰਨਾਂ ਦੀ ਪ੍ਰਾਪਤੀ ਵਾਸਤੇ। ਇਉਂ ਸਤਿਗੁਰੂ ਜੀ ਕਹਿੰਦੇ ਪਾਪ ਪੁੰਨ ਤਬ ਕਹਤੇ ਹੋਤਾ। ਤਦੋਂ ਪਾਪ ਤੇ ਪੁੰਨ ਦੱਸੋ ਕਿਹਦੇ ਕੋਲੋਂ ਹੋਣਾ ਸੀ? ਨਹੀਂ ਮਹਾਰਾਜ ਕਹਿੰਦੇ ਕੋਈ ਪਾਪ ਤੇ ਪੁੰਨ ਉਸ ਸਮੇਂ ਸੀਗਾ ਹੀ ਨਹੀਂ, ਕਿਉਂਕਿ ਜਬ ਆਕਾਰ ਇਹ ਕਛ ਨਾ ਦ੍ਰਿਸ਼ਟੇਤਾ। ਜਦੋਂ ਆਕਾਰ ਕੁਝ ਵੀ ਅੱਖਾਂ ਨਾਲ ਦਿਸਣ ਮਾਤਰ ਸੀ ਨਹੀਂ ਸੀਗਾ। ਜਬ ਧਾਰੀ ਆਪਨ ਸੁਨ ਸਮਾਧ। ਜਦੋਂ ਵਾਹਿਗੁਰੂ ਨੇ ਆਪਣੇ ਆਪ ਵਿੱਚ ਸੁਨ ਸਮਾਧੀ ਲਾ ਲਈ ਸੀ, ਅਫੁਰ ਸਮਾਧੀ ਵਿੱਚ ਵਾਹਿਗੁਰੂ ਚਲੇ ਗਏ ਸੀਗੇ। ਤਬ ਵੈਰ ਵਿਰੋਧ ਕਿਸ ਸੰਗ ਕਮਾਤ। ਮਹਾਰਾਜ ਵੈਰ ਵਿਰੋਧ ਤਾਂ ਹੋਣਾ ਹੀ ਹੈ। ਸਤਿਗੁਰੂ ਜੀ ਕਹਿੰਦੇ ਭਾਈ ਦੱਸੋ ਕਿਹਦੇ ਨਾਲ ਕਿਹਨੇ ਵੈਰ ਕਮਾਉਣਾ ਸੀ, ਕਿਹਨੇ ਕਿਹਦੇ ਨਾਲ ਵਿਰੋਧ ਕਰਨਾ ਸੀਗਾ। ਹੁਣ ਤਾਂ ਝੰਡੀਆਂ ਫੜ ਕੇ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕਰਨ ਲੱਗ ਜਾਂਦੇ ਆ, ਕੋਈ ਕਿਦੇ ਦਾ ਵਿਰੋਧ ਕਰਦਾ। ਜਿਹੜਾ ਵੈਰ ਹੁੰਦਾ ਨਾ ਇਹ ਸਾਧ ਸੰਗਤ ਜੀ ਜਿਵੇਂ ਜਨਮਾਂ ਜਨਮਾਂਤਰਾਂ ਦਾ ਹੁੰਦਾ, ਬਿੱਲੀਆਂ ਤੇ ਚੂਹਿਆਂ ਦਾ, ਬੱਕਰਿਆਂ ਤੇ ਕਸਾਈਆਂ ਦਾ। ਤੇ ਵਿਰੋਧ ਹੁੰਦਾ ਨਵਾਂ ਟੰਟਾ ਛੇੜ ਲੈਣਾ, ਕਿਸੇ ਨਾਲ ਝਗੜਾ ਪਾ ਲੈਣਾ, ਇਹਨੂੰ ਵਿਰੋਧ ਕਹਿੰਦੇ ਆ। ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਪਿਛਲੀ ਪੰਕਤੀ ਪੜੋ ਫਿਰ। ਜਬ ਧਾਰੀ ਆਪਨ ਸੁਨ ਸਮਾਧ। ਜਦੋਂ ਵਾਹਿਗੁਰੂ ਨੇ ਆਪਣੇ ਆਪ ਵਿੱਚ ਅਫੁਰ ਸਮਾਧੀ ਲਾ ਲਈ ਸੀ, ਤਾੜੀ ਲਾਈ ਸਿਰਜਣਹਾਰ। ਤਬ ਵੈਰ ਵਿਰੋਧ ਕਿਸ ਸੰਗ ਕਮਾਤ। ਹੁਣ ਵੈਰ ਵਿਰੋਧ ਵਿੱਚ ਜੀ ਫਸੇ ਹੋਏ ਆ। ਮਹਾਰਾਜ ਕਹਿੰਦੇ ਭਾਈ ਤਦੋਂ ਦੱਸੋ ਕਿਹਨੇ ਕਿਹਦੇ ਨਾਲ ਵੈਰ ਕਰਨਾ ਸੀ ਤੇ ਕਿਹਨੇ ਕਿਹਦੇ ਨਾਲ ਵਿਰੋਧ ਕਰਨਾ ਸੀਗਾ, ਜਦੋਂ ਹੈ ਹੀ ਕੋਈ ਨਹੀਂ ਸੀਗਾ। ਜਬ ਇਸਕਾ ਵਰਨ ਚਹਨ ਨਾ ਜਾਪਤ। ਜਦੋਂ ਮਹਾਰਾਜ ਕਹਿੰਦੇ ਇਹਦਾ ਕੋਈ ਖੱਤਰੀ ਬ੍ਰਾਹਮਣ ਸੂਦ ਵੈਸ ਵਰਨ ਜਿਹੜਾ ਹੈ ਹੀ ਨਹੀਂ ਸੀਗਾ, ਚਿਹਨ ਕੋਈ ਚਿੰਨ ਨਹੀਂ ਸੀਗਾ, ਕੰਠੀ ਰੁਦਰਾਖੀ ਮਾਲਾ ਨਹੀਂ ਸੀਗੀ, ਕੋਈ ਇਹੋ ਜਿਹਾ ਚਿੰਨ ਚੱਕਰ ਨਹੀਂ ਸੀਗਾ। ਜਬ ਇਸਕਾ
ਜਬ ਇਸਕਾ ਵਰਨ ਚਿਹਨ ਨਾ ਜਾਪਤ। ਜਦੋਂ ਨਾ ਵਰਨ ਕੋਈ ਚਿੰਨ ਜਿਹੜਾ ਨਹੀਂ ਸੀ ਜਾਪਿਆ ਜਾਂਦਾ, ਭਾਵ ਨਹੀਂ ਸੀ ਕੋਈ ਪਛਾਣਿਆ ਜਾਂਦਾ, ਜਦੋਂ ਤਬ ਹਰਖ ਸੋਗ ਕਹੋ ਕਿਸ ਹੈ ਵਿਆਪਤ। ਮਹਾਰਾਜ ਕਹਿੰਦੇ ਉਦੋਂ ਦੱਸੋ ਭਾਈ, ਕਿਸੇ ਨੂੰ ਮੁੰਡਾ ਜੰਮਣ ਦੀ ਖੁਸ਼ੀ ਕੀ ਹੋਣੀ ਸੀ, ਤੇ ਕਿਸੇ ਨੂੰ ਕਿਸੇ ਦੇ ਮਰਨ ਦਾ ਸੋਗ ਕੀ ਹੋਣਾ ਸੀਗਾ। ਹਰਖ ਸੋਗ ਹੈ ਹੀ ਨਹੀਂ ਸੀਗਾ ਜਦੋਂ। ਹੁਣ ਤਾਂ ਮਾਤਮ ਛਾ ਜਾਂਦੇ ਆ ਦੇਹ ਦੇ ਛੱਡਣ ਤੋਂ, ਤੇ ਕਿਸੇ ਦੇ ਘਰੇ ਜਨਮ ਹੋਵੇ ਤਾਂ ਖੁਸ਼ੀਆਂ ਹੋ ਜਾਂਦੀਆਂ ਹਨ। ਤਾਂ ਸਤਿਗੁਰੂ ਗਰੀਬ ਨਵਾਜ ਕਹਿੰਦੇ ਜਦੋਂ ਆਪਣੇ ਆਪ ਵਿੱਚ ਆਪ ਹੀ ਸਮਾਧੀ ਲਾਈ ਬੈਠਾ ਸੀ, ਦੇਹਾਂ ਹੈ ਹੀ ਨਹੀਂ ਸੀਗੀਆਂ, ਉਦੋਂ ਮਹਾਰਾਜ ਸਾਹਿਬ ਜੀ ਕਹਿੰਦੇ ਹਰਖ ਸੋਗ। ਤਬ ਹਰਖ ਸੋਗ ਕਹੋ ਕਿਸ ਹੈ ਵਿਆਪਤ। ਦੱਸੋ ਕਿਹਨੂੰ ਵਿਆਪਣਾ ਸੀ। ਹਰਖ ਸੋਗ ਦੇਹਾਂ ਨੂੰ ਹੀ ਚਿੰਬੜਦਾ। ਜਦੋਂ ਬ੍ਰਹਮ ਗਿਆਨੀ ਦੇਹ ਤੋਂ ਹੀ ਨਿਕਲ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਹਰਖ ਸੋਗ ਚਿੰਬੜਨਾ ਕੀ ਹੈ। ਪਾਪ ਪੁੰਨ ਦੇਹ ਦਾ ਧਰਮ ਹੈ। ਜਦੋਂ ਦੇਹ ਤੋਂ ਹੀ ਉੱਠ ਜਾਂਦੇ ਆ, ਗਿਆਨ ਪਰਲੋਂ ਮਹਾਰਾਜ ਕਥਨ ਕਰ ਰਹੇ ਆ, ਮਹਾ ਪਰਲੋਂ ਪ੍ਰਾਕਿਰਤ ਪਰਲੋਂ ਸਾਰੀਆਂ ਪਰਲੋਂ ਨੇ ਇਹਦੇ ਵਿੱਚ ਮਹਾਰਾਜ ਜੀ ਨੇ ਕਥਨ ਕੀਤੀਆਂ। ਹਜੂਰ ਕਹਿੰਦੇ ਭਾਈ ਫਿਰ ਹਰਖ ਸੋਗ ਕਿਹਨੂੰ ਵਿਆਪਣਾ ਸੀਗਾ। ਹਰਖ ਤੇ ਖੁਸ਼ੀ ਤੇ ਸੋਗ ਗਮੀ ਜਿਹੜੀ ਆ ਫਿਰ ਕਿਸੇ ਨੂੰ ਵਿਆਪਦੀ ਨਹੀਂ। ਜਦੋਂ ਮਹਾਰਾਜ ਕਹਿੰਦੇ ਭਾਈ ਦੇਹਾਂ ਹੈ ਹੀ ਨਹੀਂ ਸੀਗੀਆਂ। ਜਬ ਆਪਨ ਆਪ ਪਾਰ ਬ੍ਰਹਮ। ਜਦੋਂ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਆਪਣੇ ਆਪ ਵਿੱਚ ਆਪ ਹੀ ਸੀਗਾ, ਸਭ ਖੇਲ ਖਤਮ ਕਰ ਦਿੱਤੀ ਸੀ ਵਾਹਿਗੁਰੂ ਨੇ। ਤਬ ਮੋਹ ਕਹਾ ਕਿਸ ਹੋਵਤ ਭਰਮ। ਉਦੋਂ ਦੱਸੋ ਦੇਹਾਂ ਦਾ ਮੋਹ ਕਿਹਨੂੰ ਚਿੰਬੜਨਾ ਸੀਗਾ, ਤੇ ਵਾਹਿਗੁਰੂ ਦੇ ਸਰੂਪ ਵੱਲੋਂ ਭਰਮ ਪੈ ਕੇ ਮਾਇਆ ਵਿੱਚ ਕਿੰਨ ਲੱਗਣਾ ਸੀਗਾ। ਜਦੋਂ ਮਾਇਆ ਹੀ ਹੈ ਨਹੀਂ ਸੀਗੇ ਤੇ ਭਰਮ ਕਾਹਦਾ ਪੈਣਾ ਸੀ। ਮਾਇਆ ਵੀ ਹੈ ਨਹੀਂ ਸੀਗੀ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਉਦੋਂ ਭਰਮ ਨਹੀਂ ਕਿਸੇ ਨੂੰ ਵਿਆਪਦਾ ਸੀਗਾ, ਨਾ ਕਿਸੇ ਪ੍ਰਕਾਰ ਭਰਮ ਸੀ। ਫਿਰ ਪੜੋ। ਤਬ ਮੋਹ ਕਹਾ ਕਿਸ ਹੋਵਤ ਭਰਮ। ਮਹਾਰਾਜ ਪੁੱਛਦੇ ਆ ਦੱਸੋ ਭਾਈ ਕਿਸ ਨੂੰ ਸਰੀਰ ਦਾ ਮੋਹ ਚਿੰਬੜਨਾ ਸੀ ਤੇ ਕਿੰਨੇ ਭਰਮ ਚ ਪੈ ਕੇ ਸਰੂਪ ਵੱਲੋਂ ਭੁੱਲਣਾ ਸੀਗਾ। ਆਪਨ ਖੇਲ ਆਪ ਵਰਤੀਜਾ। ਇਹ ਮੇਰੇ ਵਾਹਿਗੁਰੂ ਦਾ ਆਪਣਾ ਖੇਲ ਹੈ ਤੇ ਉਹਨੇ ਆਪ ਹੀ ਵਰਤਾਇਆ। ਕੀਆ ਖੇਲ ਵੱਡ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ। ਕੀ ਆਪਾਂ ਚੰਗੇ ਗੁਣ ਦਾ ਹੰਕਾਰ ਕਰ ਲਾਂਗੇ। ਸਾਧ ਸੰਗਤ ਜੀ ਕਿੱਡੀ ਅਗਿਆਨਤਾ ਹੈ ਜੀਵ ਨੂੰ, ਛੁੱਟਦੀ ਨਹੀਂ। ਆਪਣੇ ਆਪ ਦਾ ਮਾਣ ਨਹੀਂ ਛੁੱਟਦਾ। ਹਜੂਰ ਕਹਿੰਦੇ ਆ ਵੇਖ ਲੈ ਜਦੋਂ ਕੁਛ ਵੀ ਨਹੀਂ ਸੀਗਾ ਉਦੋਂ ਕੌਣ ਮਾਣ ਕਰਦਾ ਸੀ ਤੇ ਕੌਣ ਅਪਮਾਨ ਸੀ ਕਰਦਾ ਸੀ। ਮਾਨ ਅਪਮਾਨ ਹੈ ਹੀ ਨਹੀਂ ਸੀਗੇ। ਤੂੰ ਦੇਹ ਧਾਰੀ ਬੈਠਾ ਬਸ। ਤੇਰੇ ਆਪਣੇ ਪਾਏ ਹੋਏ ਬੰਧਨ ਨੇ ਸਾਰੇ। ਜੇ ਬਾਹਰੋਂ ਰੱਸੇ ਹੋਣ ਤਾਂ ਖੋਲ ਲੈ, ਇਹ ਤਾਂ ਰੱਸੇ ਵੀ ਅੰਤਰੀਵ ਨੇ। ਗੁਰੂ ਨਾਨਕ ਸਾਹਿਬ ਤੋਂ ਬਿਨਾ ਨਹੀਂ ਕੋਈ ਖੋਲ ਸਕਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੋਂ ਬਿਨਾ ਨਹੀਂ ਕੋਈ ਰੱਸੇ ਗਾਲੋਂ ਲਾ ਸਕਦਾ। ਹਜੂਰ ਫਰਮਾਉਂਦੇ ਹਨ ਆਪਨ ਖੇਲ ਆਪ ਵਰਤੀਜਾ। ਆਪਣਾ ਇਹ ਖੇਲ ਹੈ ਵਾਹਿਗੁਰੂ ਦਾ ਸੰਸਾਰ ਬਣਾਇਆ ਹੋਇਆ, ਆਪ ਹੀ ਉਹਨੇ ਵਰਤਾਇਆ। ਮਾਇਆ ਵੀ ਉਹ ਨਹੀਂ ਪੈਦਾ ਕੀਤੀ, ਅਗਿਆਨ ਵੀ ਉਹ ਨਹੀਂ ਪੈਦਾ ਕੀਤਾ, ਆਸਰੀ ਸੰਪਦਾ ਵੀ ਉਹ ਨਹੀਂ ਬਣਾਈ ਹੈ, ਦੇਹਾਂ ਨੂੰ ਇਸ ਝੰਜਟ ਵਿੱਚ ਵੀ ਉਹ ਨਹੀਂ ਪਾਇਆ ਹੈ। ਇਸੇ ਕਰਕੇ ਭਗਤਾਂ ਨੇ ਕਿਹਾ ਨਾ ਕਿ ਮਹਾਰਾਜ ਤੇਰਾ ਹੀ ਟੈਂਟਾ ਸਾਰਾ ਛੇੜਿਆ ਹੋਇਆ, ਗੱਲ ਤਾਂ ਹੋਰ ਕੋਈ ਨਹੀਂ, ਤੂੰ ਹੀ ਸਾਰਿਆਂ ਨੂੰ ਭੁਲੇਖੇ ਵਿੱਚ ਪਾਇਆ ਹੋਇਆ। ਉਹ ਭਗਤਾਂ ਨੇ ਪਿਆਰ ਦੀ ਨਿਗਾਹ ਨਾਲ ਵੇਖ ਕੇ ਕਿਹਾ, ਕਹਿ ਕਬੀਰ ਠੱਗ ਸਿਓ ਮਨ ਮਾਨਿਆ, ਗਈ ਠਗੌਰੀ ਠੱਗ ਪਹਿਚਾਨਿਆ। ਮਹਾਰਾਜ ਮੈਂ ਤੇਰੀ ਠੱਗੀ ਪਾਈ ਵੇਖ ਲਈ ਹੈ, ਜੋ ਤੂੰ ਭਰਮਾਇਆ ਨਾ ਸੰਸਾਰ ਨੂੰ, ਇਹ ਮੈਨੂੰ ਪਤਾ ਲੱਗ ਗਿਆ। ਵਾਹਿਗੁਰੂ ਜੀ ਫਿਰ ਭਗਤ ਵੱਲ ਵੇਖ ਕੇ ਹੱਸਦੇ ਆ, ਉਹ ਕਬੀਰ ਤੈਨੂੰ ਪਤਾ ਲੱਗ ਗਿਆ ਸਾਰੀ ਗੱਲ, ਤੂੰ ਭਜਨ ਕਰਕੇ ਛੁੱਟ ਗਿਆ ਹੈ, ਤੈਨੂੰ ਪ੍ਰੀਤ ਕਰਕੇ ਸਾਰਾ ਕੁਝ ਪਤਾ ਲੱਗ ਗਿਆ, ਤੈਨੂੰ ਹੁਣ ਦੁੱਖ ਨਹੀਂ ਵਿਆਪਦਾ। ਕਿਉਂਕਿ ਕਬੀਰ ਜੀ ਦੇਹ ਤੋਂ ਪਰਾਂ ਹੋ ਗਏ, ਦੁੱਖ ਕੀ ਲੱਗਣਾ ਸੀਗਾ। ਕਬੀਰ ਸਾਹਿਬ ਨੂੰ ਕਿੰਨਾ ਡਰਾਉਂਦੇ ਸੀ। ਪੰਡਤ ਕਹਿੰਦੇ ਕਬੀਰ ਕਾਂਸ਼ੀ 'ਚ ਮਰੀ ਤੇਰੀ ਮੁਕਤੀ ਹੋ ਜਾਏਗੀ। ਕਬੀਰ ਜੀ ਕਹਿੰਦੇ ਮੈਂ ਹੜੰਬੇ ਜਾ ਕੇ ਸਰੀਰ ਛੱਡੂ, ਮੈਨੂੰ ਦੱਸੋ ਜਿਹੜੇ ਨਰਕ 'ਚ ਮੈਨੂੰ ਪਰਮੇਸ਼ਰ ਨੇ ਪਾਉਣਾ ਪਾਵੇ। ਕਬੀਰ ਜੀ ਇੰਨਾ ਨਿਰਭੈ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਜਿਸ ਵਾਹਿਗੁਰੂ ਦੀ ਮੈਂ ਭਗਤੀ ਕਰਦਾ ਨਾ, ਭਾਵੇਂ ਮੈਂ ਹੜੰਬੇ ਦੀ ਧਰਤੀ ਤੇ ਸਰੀਰ ਛੱਡਾਂ, ਮੈਂ ਉਹਦੇ ਸਰੂਪ 'ਚ ਜਾਣਾ ਹੈ। ਤੇ ਕਬੀਰ ਸਾਹਿਬ ਜੀ ਨੇ ਕਿਹਾ ਕਿ ਮਹਾਰਾਜ ਇੱਕ ਵਾਰ ਮੈਨੂੰ ਆਪਣਾ ਦਰਸ਼ਨ ਦਿਓ। ਕਹਿੰਦੇ ਕਬੀਰ ਤੈਨੂੰ ਜਮ ਦੇ ਵਸ ਪਾਵਾਂਗੇ। ਕਹਿੰਦੇ ਪਾਛੇ ਤੇ ਜਮ ਕਿਉਂ ਨਾ ਪਠਾਵੋ, ਪਿੱਛੋਂ ਭਾਵੇਂ ਜਮ ਹੀ ਭੇਜ ਦਿਓ ਮੈਨੂੰ ਲੈਣ, ਪਰ ਇੱਕ ਵਾਰ ਮਹਾਰਾਜ ਆਪਦਾ ਦਰਸ਼ਨ ਤਾਂ ਵਿਖਾਓ। ਹੱਸ ਕੇ ਕਹਿੰਦੇ ਜਦੋਂ ਦਰਸ਼ਨ ਵੇਖ ਲਿਆ ਫਿਰ ਤੈਨੂੰ ਜਮ ਥੋੜੋ ਲੈਣ ਆਊਗਾ।
ਇਹ ਸਾਧ ਸੰਗਤ ਜੀ ਭਗਤ ਸਿੱਧੇ ਬਚਨ ਕਰਦੇ ਆ ਵਾਹਿਗੁਰੂ ਦੇ ਨਾਲ, ਕਿਉਂਕਿ ਉਹਨਾਂ ਨੂੰ ਇਹ ਸਾਰਾ ਕੀਆ ਖੇਲ ਵੱਡ ਮੇਲ ਤਮਾਸ਼ਾ ਪਤਾ ਲੱਗ ਗਿਆ ਕਿ ਸਭ ਤਮਾਸ਼ਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਆਖਿਆ ਨਾ ਕਿ ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਮਹਾਰਾਜ ਜੀ ਕਹਿੰਦੇ ਮੈਂ ਤਮਾਸ਼ਾ ਵੇਖਣ ਆਇਆ, ਇਹ ਜਗਤ ਦਾ ਖੇਡ ਵੇਖਣ ਆਇਆ। ਕਿਹੋ ਜੀ ਖੇਲ ਖੇਲੀ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ। ਇੰਨੇ ਦੁੱਖ ਬਾਜਾਂ ਵਾਲੇ ਸਤਿਗੁਰਾਂ ਦਾ ਚਿਹਰਾ ਖਿੜਿਆ ਹਰ ਵੇਲੇ। ਜਦੋਂ ਮਹਾਰਾਜ ਦਮਦਮਾ ਸਾਹਿਬ ਆਏ ਨਾ, ਇੱਥੇ ਆ ਕੇ ਸਿੱਖਾਂ ਨੇ ਬਹੁਤ ਬਰਾਕ ਕੀਤਾ। ਮਹਾਰਾਜ ਦੇ ਕੋਲ ਆਖਿਆ ਸੱਚੇ ਪਾਤਸ਼ਾਹ ਸਾਹਿਬਜ਼ਾਦਾ ਕੋਈ ਵੀ ਕੋਲ ਨਹੀਂ ਰਿਹਾ। ਹਜੂਰ ਖਿੜੇ ਮੱਥੇ ਕਹਿੰਦੇ ਸਿੱਖੋ ਵਾਹਿਗੁਰੂ ਦਾ ਹੁਕਮ ਇਹੋ ਜਿਹਾ ਸੀ। ਇਹ ਤਾਂ ਬੜੀ ਮਹਾਰਾਜ ਨੇ ਕਿਰਪਾ ਕੀਤੀ ਹੈ ਨਿਰੰਕਾਰ ਨੇ ਕਿ ਸਾਡੇ ਸਾਹਿਬਜ਼ਾਦਿਆਂ ਨੂੰ ਧਰਮ ਲਈ ਕੁਰਬਾਨ ਹੋਣ ਵਾਸਤੇ ਚੁਣਿਆ। ਸੱਚੇ ਪਾਤਸ਼ਾਹ ਇਹਨੇ ਖਿੜੇ ਮੱਥੇ ਨਾਲ ਸਿੱਖਾਂ ਨੂੰ ਜਦੋਂ ਕਹਿੰਦੇ, ਹਜੂਰ ਦਾ ਇਹੀ ਉਪਦੇਸ਼ ਸਿੱਖਾਂ ਨੂੰ ਮਰਨ ਦੀ ਜਾਚ ਸਿਖਾਉਂਦਾ ਹੈ। ਸੰਸਾਰ ਦੀਆਂ ਕੌਮਾਂ ਕਹਿੰਦੀਆਂ ਸਿੱਖ ਮਰਨ ਨੂੰ ਕਾਹਲੇ ਕਿਉਂ ਪੈਂਦੇ ਆ, ਮਾਰਸ਼ਲ ਕੌਮਾਂ ਵਿੱਚ ਸਿੱਖਾਂ ਦਾ ਨਾਮ ਕਿਉਂ ਚੁਣਿਆ ਜਾਂਦਾ ਹੈ? ਇਹ ਬਾਜਾਂ ਵਾਲੇ ਸਤਿਗੁਰਾਂ ਦਾ ਦਿੱਤਾ ਹੋਇਆ ਉਪਦੇਸ਼ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਿਸ ਰਾਹ ਸਤਿਗੁਰੂ ਜੀ ਲੰਘੇ ਆ ਨਾ ਸਾਧ ਸੰਗਤ ਜੀ, ਉਹ ਰਾਹ ਹੀ ਮੌਤ ਦੇ ਖੌਫ ਤੋਂ ਪਰਾਂ ਕਰ ਦੇਣ ਵਾਲਾ ਹੈ। ਤੇ ਗੁਰਸਿੱਖ ਨੂੰ ਮਹਾਰਾਜ ਉਸ ਰਾਹ ਤੇ ਚਲਾਉਂਦੇ ਆ। ਇਹ ਖੇਲ ਹੈ, ਨਾਮ ਜਪਣ ਵਾਲੇ ਜਾਣ ਲੈਂਦੇ ਆ, ਪਰ ਅਸੀਂ ਮੋਹ ਮਮਤਾ ਵਿੱਚ ਫਸੇ ਹੋਏ ਆ। ਮਰਨ ਦਾ ਭੈ ਵਿਆਪਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਡਰ ਦੇ ਵਿੱਚ, ਸਹਿਮ ਦੇ ਵਿੱਚ ਦਿਨ ਚੜ੍ਹਦਾ ਹੈ, ਸਹਿਮ ਦੇ ਵਿੱਚ ਹੀ ਰਾਤ ਪੈਂਦੀ ਹੈ। ਪੜਨ ਨੂੰ ਕੀਰਤਨ ਸੋਲਾ ਪੜ੍ਹ ਕੇ ਸੌਂਦੇ ਆ, ਪਰ ਮੌਤ ਤੋਂ ਡਰਦੇ ਆ ਮਹਾਰਾਜ। ਬੜਾ ਹੀ ਭੈ ਲੱਗਦਾ ਸੱਚੇ ਪਾਤਸ਼ਾਹ। ਫਿਰ ਮੋਹ ਬੱਚਿਆਂ ਦਾ, ਪਰਿਵਾਰ ਦਾ ਬਹੁਤ ਚਿੰਬੜਿਆ ਹੋਇਆ ਹੈ। ਮਾਇਆ ਵਿੱਚ ਸੁਰਤ ਲੱਗੀ ਹੋਈ ਹੈ। ਮਹਾਰਾਜ ਮਾਨ ਅਪਮਾਨ 'ਚ ਫਸਿਆ ਹੋਇਆ। ਮੈਂ ਤਾਂ ਇਸ ਖੇਲ ਦੇ ਵਿੱਚ ਫਸ ਗਿਆ ਵਾਂ, ਮੈਨੂੰ ਨਹੀਂ ਪਤਾ ਲੱਗ ਰਿਹਾ ਕਿ ਇਹ ਖੇਲ ਹੈ। ਪਰ ਹਜੂਰ ਕਹਿੰਦੇ ਐ ਜਦੋਂ ਸ਼ਬਦ ਦੀ ਕਮਾਈ ਕਰੇਗਾ, ਇਸ 21ਵੀਂ ਅਸ਼ਟਪਦੀ ਨੂੰ ਜਦੋਂ ਸਿੱਖ ਇਕਾਗਰ ਚਿੱਤ ਸੁਣਦਾ ਨਾ, ਫਿਰ ਗਿਆਨ ਪਰਲੋਂ ਆ ਜਾਂਦੀ ਹੈ। ਜਿਹੜਾ ਆਪਾਂ ਕੱਲ ਸ਼ਬਦ ਸੁਣ ਰਹੇ ਸਾਂ, ਭਗਤ ਕਬੀਰ ਸਾਹਿਬ ਜੀ ਨੇ ਕਿਹਾ ਨਾ, ਦੇਖੋ ਭਾਈ ਗਿਆਨ ਕੀ ਆਈ ਆਂਦੀ। ਜਦੋਂ ਗਿਆਨ ਦੀ ਹਨੇਰੀ ਉੱਠਦੀ ਹੈ ਨਾ ਅੰਦਰ, ਪਰ ਅਫਸੋਸ ਹੈ ਕਿ ਤੂੰ ਤੇ ਅੰਦਰ ਵਕਾਰ ਦੀ ਹਨੇਰੀ ਉਠਾਈ ਪਈ ਹੈ। ਤੇਰੇ ਅੰਦਰ ਵਿਸ਼ਿਆਂ ਦੀਆਂ ਹਨੇਰੀਆਂ ਉੱਠੀਆਂ ਪਈਆਂ ਤੇ ਉਹਨਾਂ ਵਿੱਚ ਇੱਕ ਅੱਖਾਂ ਵਾਂਗ ਉੱਡਦਾ ਫਿਰਦਾ, ਕਦੇ ਉਧਰ ਨੂੰ ਉੱਡ ਗਿਆ, ਕਦੇ ਉਧਰ ਨੂੰ ਉੱਡ ਗਿਆ। ਨੇਤਰ ਕਦੇ ਕਿੱਧਰ ਨੂੰ ਉੱਡ ਗਏ, ਕੰਨ ਕਦੇ ਕਿੱਧਰ ਨੂੰ ਉੱਡ ਗਏ, ਸੁਰਤ ਕਦੇ ਕਿੱਧਰ ਨੂੰ ਉੱਡ ਗਈ। ਅੰਦਰ ਸਿਮਰਨ ਦੀ ਹਨੇਰੀ ਚਲਾ ਦੇ, ਵਾਹਿਗੁਰੂ ਮੰਤਰ ਦੀ ਹਨੇਰੀ ਚਲਾ ਦੇ ਆਪਣੇ ਅੰਦਰ। ਇਹੋ ਜੀਆਂ ਹਨੇਰੀਆਂ ਉਠਾ ਦੇ ਕਿ ਸਭ ਬਾਕੀ ਚੀਜ਼ਾਂ ਥੰਮ ਜਾਣ। ਸਭੈ ਉਡਾਨੀ ਭਰਮ ਕੀ ਟਾਟੀ, ਫਿਰ ਉੱਡ ਜਾਣ ਸਾਰੀਆਂ ਭਰਮ ਦੀਆਂ ਚਿੱਕਾਂ। ਜਿਸ ਮਾਇਆ ਨੇ ਬੰਨਿਆ ਹੋਇਆ ਤੈਨੂੰ ਰਹਿ ਨਾ ਮਾਇਆ ਬੰਦੀ। ਮਾਇਆ ਵੀ ਫਿਰ ਤੇਰੇ ਅੱਗੇ ਜਿਹੜੀ ਹੈ ਨਾ, ਉਹ ਰਹੇਗੀ ਨਹੀਂ। ਸਭ ਬੰਧਨ ਖੁੱਲ ਜਾਣਗੇ। ਜਦੋਂ ਤੇਰੇ ਬੰਧਨ ਖੁੱਲ ਗਏ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਤੈਨੂੰ ਪਤਾ ਲੱਗ ਜਾਣਾ ਕਿ ਕੀਆ ਖੇਲ ਵੱਡ ਮੇਲ ਤਮਾਸ਼ਾ। ਖੁਸ਼ ਹੋਵੇਂਗਾ ਫਿਰ ਜੰਮਣ ਤੇ ਵੀ ਤੇ ਮਰਨ ਤੇ ਵੀ। ਧੁੰਦਵਾਦ ਤੇਰਾ ਖਤਮ ਹੋ ਜਾਵੇਗਾ। ਅੰਦਰ ਇਹੋ ਜਿਹਾ ਹਰਖ ਉਪਜੇਗਾ ਕਿ ਬੜਾ ਹੀ ਚਾਅ, ਬੜਾ ਹੀ ਉਤਸ਼ਾਹ। ਸੰਸਾਰ ਦੇ ਹਰਖ ਸੋਗ ਤੋਂ ਮਹਾਰਾਜ ਕਹਿੰਦੇ ਉੱਪਰ ਉੱਠ ਜਾਵੇਂਗਾ। ਹਜੂਰ ਫਰਮਾਉਂਦੇ ਹਨ, ਆਪਨ ਖੇਲ ਆਪ ਵਰਤੀਜਾ। ਆਪਣਾ ਇਹ ਖੇਲ ਸੰਸਾਰ ਮਹਾਰਾਜ ਕਹਿੰਦੇ ਇਹਨੂੰ ਬਣਾਉਂਦਾ ਮੇਰਾ ਵਾਹਿਗੁਰੂ, ਸਮੇਟ ਲੈਂਦਾ, ਆਪ ਹੀ ਵਰਤੀਜਾ ਵਰਤਾਉਂਦਾ ਆਪਣੇ ਆਪ ਤੋਂ। ਕੋਈ ਬਾਹਰੋਂ ਨਹੀਂ ਚੀਜ਼ ਵਾਹਿਗੁਰੂ ਨੂੰ ਲਿਆਉਣੀ ਪੈਂਦੀ, ਤੱਤ ਇਕੱਠੇ ਨਹੀਂ ਕਰਨੇ ਪੈਂਦੇ, ਕਿਸੇ ਤੋਂ ਉਧਾਰੀ ਕੋਈ ਚੀਜ਼ ਨਹੀਂ ਲੈਣੀ ਪੈਂਦੀ। ਘਰ ਹੀ ਬਣਾਉਣਾ ਹੋਵੇ ਤੇ ਕਦੀ ਕਿਸੇ ਤੋਂ ਕੁਝ ਫੜ ਕੇ ਲਿਆਉਂਦਾ ਮਨੁੱਖ, ਕਿੱਧਰੋਂ ਕੁਝ ਲਿਆਉਂਦਾ ਹੈ। ਪਰ ਵਾਹਿਗੁਰੂ ਨੂੰ ਕਿੱਧਰੋਂ ਵੀ ਕੁਝ ਲਿਆਉਣਾ ਨਹੀਂ ਪੈਂਦਾ। ਉਹ ਤੇ ਆਪਣੀ ਕਲਾ ਸ਼ਕਤੀ ਤੋਂ ਕੀਤਾ ਪਸਾਓ, ਏਕੋ ਕਵਾਓ। ਇਉਂ ਸਭ ਕੁਝ ਹੀ ਇੱਕ ਛਿਨ 'ਚ ਪ੍ਰਗਟ ਕਰ ਦਿੰਦਾ ਏ। ਨਾਨਕ ਕਰਨ ਹਾਰ ਨਾ ਦੂਜਾ। ਮਹਾਰਾਜ ਕਹਿੰਦੇ ਕਰਨ ਹਾਰ ਕੋਈ ਦੂਸਰਾ ਨਹੀਂ, ਹੋਰ ਇੱਕੋ ਇੱਕ ਪਰਮੇਸ਼ਰ ਆਪ ਹੀ ਹੈ, ਸਾਰੇ ਕਾਰਜਾਂ ਨੂੰ ਕਰਨ ਵਾਲਾ। ਇਹ ਸੰਸਾਰ ਨੂੰ ਵੇਖ ਕੇ ਤੂੰ ਕਹਿਣਾ ਨਾ ਕਿ ਆਹ ਕਿਉਂ ਬਣਾਤਾ, ਵਾਹਿਗੁਰੂ ਨੇ ਬਣਾਇਆ। ਇਸ ਕਰਕੇ ਰਜਾ ਵਿੱਚ ਆ ਜਾ, ਕਿਉਂਕਿ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਨਕ ਕਰਨਾ ਹਾਰ ਨਾ ਦੂਜਾ।
ਸੰਸਾਰ ਨੂੰ ਕਰਨ ਵਾਲਾ ਕੋਈ ਦੂਜਾ ਨਹੀਂ, ਆਪ ਹੈ ਵਾਹਿਗੁਰੂ, ਆਪ ਹੈ ਨਿਰੰਕਾਰ। ਸੱਚੇ ਪਾਤਸ਼ਾਹ ਜੀ ਦੀ ਬਾਣੀ ਅਟਲ ਤੇ ਸਤਵ ਹੈ। ਸਾਡੇ ਮਨ ਦੇ ਭਰਮ ਨਹੀਂ ਸਾਧ ਸੰਗਤ ਜੀ ਨਿਸ਼ਚਾ ਕਰ ਪਾਉਂਦੇ। ਮਨ ਦੀਆਂ ਸ਼ੰਕਾਵਾਂ ਜਿਹੜੀਆਂ ਨਾ ਐਡੀ ਅਵਿਦਿਆ, ਉਪਦੇਸ਼ ਸੁਣ ਕੇ ਵੀ ਨਿਰਣਾ ਨਹੀਂ ਕਰਦਾ ਤੇ ਸੁਣ ਕਰਕੇ ਸੋਚਦਾ ਹਾਂ ਤਾਂ ਕਥਨ ਹੀ ਕੀਤੀ ਹੈ, ਮਨ ਫੇਰ ਉੱਥੇ ਦਾ ਉੱਥੇ। ਜੇ ਤੇਰੇ ਅੰਦਰ ਇਹ ਪਰਲੋਂ ਆ ਗਈ ਨਾ ਗਿਆਨ ਦੀ, ਸਭ ਕੁਝ ਸਮਾਪਤ ਹੋ ਜਾਏਗਾ। ਬੰਧਨ ਕਿਹਦੇ ਵਿਚਾਰੇ ਹੈ, ਭਰਮ ਕਿਹਦਾ ਵਿਚਾਰਾ ਹੈ, ਪਾਪ ਪੁੰਨ ਕਿਹਦੇ ਵਿਚਾਰੇ ਹੈ। ਜਿੱਥੇ ਫਸਿਆ ਬੈਠਾ ਜਿਸ ਦਲਦਲ ਦੇ ਅੰਦਰ, ਗਿਆਨ ਦੀ ਪਰਲੋਂ ਆਉਂਦਿਆਂ ਸਾਰੀ ਸਭ ਕੁਝ ਸਮਾਪਤ ਐ ਹੋ ਜਾਏਗਾ ਜਿਵੇਂ ਅੱਗ ਵਿੱਚ ਸਭ ਕੁਝ ਸੜ ਕੇ ਖਤਮ ਹੋ ਜਾਂਦਾ ਹੈ। ਤੋ ਇਹ ਪਹਿਲੀ ਪੌੜੀ ਹੋਈ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ, 9:05 ਉੱਪਰ ਹੋ ਗਏ। ਪ੍ਰਕਰਨ ਆਰੰਭ ਹੋਇਆ ਸੀ, ਇਸ ਕਰਕੇ ਵਿਸਥਾਰ ਆਇਆ। ਤੋ ਕੱਲ ਨੂੰ ਵਿਸਥਾਰ ਨਹੀਂ ਜ਼ਿਆਦਾ ਹੋਣਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਜਿਵੇਂ ਇਹ ਮਹਾਰਾਜ ਜੀ ਨੇ 6 ਪੌੜੀ ਤੱਕ ਪਰਲੋ ਕਥਨ ਕੀਤੀ ਹੈ, ਫਿਰ 7ਵੀਂ ਤੇ 8ਵੀਂ ਪੌੜੀ ਵਿੱਚ ਮਹਾਰਾਜ ਸੰਸਾਰ ਦੀ ਉਤਪਤੀ ਕਥਨ ਕਰਨਗੇ ਗਰੀਬ ਨਵਾਜ। ਤੇ ਜਿਵੇਂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨਗੇ। ਇੱਕ ਪੌੜੀ ਹੋਈ ਹੈ, ਸ਼ਲੋਕ ਹੋਇਆ। ਮਹਾਰਾਜ ਜੀ ਕਿਰਪਾ ਕਰਨ, ਹਜੂਰ ਦਾ ਪਵਿੱਤਰ ਉਪਦੇਸ਼ ਹਿਰਦੇ ਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਆਪਨ ਖੇਲ ਆਪ ਵਰਤੀਜਾ, ਨਾਨਕ ਕਰਨਾ ਹਾਰ ਨਾ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਵਿਨਾਸੀ ਅਗਨਾਸ। हे पूरन हे सर्ब में दुख भंजन, हे संगी हे निरंकार, हे निर्गुण सब, हे गोबिंद हे गुण निधान, जाकै सदा हे अपरंपर हर हरे। हह पी होवन हे संत कै सदा संग निधारा। हे ठाकुर हूँ दासरो, मैं निर्गुण गुण नहीं। नानक दीजै नाम दान, राखो हिया परोए। आए प्रभ शरणागति, कृपा निध दयाल। एक अखर हर मन वस्त, नानक होत निहाल। वाहिगुरु नाम जहाज है, चढ़े सो उतरे। जो शरधा कर सेम दे, गुर पार उतारन। कथा निता प्रत होत है, सुनो सो सिंह नानक गुरु गोबिंद सिंह जी। सदा करै कल्याण, नानक गुरु गोबिंद सिंह जी। सदा करै कल्याण। वाहिगुरु जी का खालसा, वाहिगुरु जी की फतेह। गज के जयकारा गजावे, सो निहाल हो जावे। सत श्री अकाल, गुरबार अकाल। देग तेग फतेह, गुरु पंथ खालसे दी चढ़दी कला रखो जी महाराज।